ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵਾਂ ਜੀ, ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਸ਼੍ਰੀ ਹਰਿਗੋਬਿੰਦ ਚੰਦ ਤਬ, ਬਦਨ ਪ੍ਰਫੁੱਲਿਆ ਬਿਲੰਦ। ਰੁਖ ਲਖ ਪਿਤ ਸਤਿਗੁਰੂ ਕੋ, ਉੱਠੇ ਸੁਦੇਤ ਆਨੰਦ। ਸ਼੍ਰੀ ਹਰਿਗੋਬਿੰਦ ਚੰਦ ਤਬ, ਬਦਨ ਪ੍ਰਫੁੱਲਿਆ ਬਿਲੰਦ। ਰੁਖ ਲਖ ਪਿਤ ਸਤਿਗੁਰੂ ਕੋ, ਉੱਠੇ ਸੁਦੇਤ ਆਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗੁਰੂ ਗਰੀਬ ਨਿਵਾਜ, ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ। ਦਇਆ ਨਿਧ ਮਿਹਰਾਮਤਾਂ ਦੇ ਸਾਗਰ, ਧੰਨ ਧੰਨ ਸਾਹਿਬ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵਡਭਾਗੇ ਹਾਂ ਜੋ ਨਿਤਾ ਪ੍ਰਤੀ ਚੋਜੀ ਪ੍ਰੀਤਮ ਪਾਤਸ਼ਾਹ ਜੀਆਂ ਦੀ ਨਿੱਘੀ ਗੋਦ ਸਾਧ ਸੰਗਤ ਦਾ ਆਨੰਦ ਮਾਣ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀਆਂ ਦੇ ਦਰ ਘਰ ਦੀ ਸ਼ੋਭਾ ਕੀਰਤ ਵਡਿਆਈ ਸ਼ਰਵਣ ਕਰਨ ਦੇ ਸੁਭਾਗ ਪ੍ਰਾਪਤ ਹੋ ਰਹੇ ਹਨ। ਜਥਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਗੁਰਪ੍ਰਤਾਪ ਸੂਰਜ ਗ੍ਰੰਥ ਰਾਸ ਚੌਥੀ ਔਰ ਛੇਵਾਂ ਅੰਸੂ ਚੱਲ ਰਿਹਾ ਸੀ। ਜਿਵੇਂ ਕਵੀ ਦੀਆਂ ਸਤਿਗੁਰਾਂ ਦੇ ਘਰ ਦਾ ਇਤਿਹਾਸ ਬੜੇ ਸੋਹਣੇ ਸੁਚੱਜੇ ਢੰਗ ਤਰੀਕੇ ਨਾਲ ਬਿਆਨ ਕੀਤਾ ਹੈ। ਧੰਨ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੀ ਸਗਾਈ ਦਾ ਪੂਰਾ ਚਿੱਤਰ ਕਵੀ ਦੀਆਂ ਖਿੱਚਿਆ ਉਕਰਿਆ ਹੈ ਕਿ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਸਤਿਗੁਰਾਂ ਨੂੰ ਸੋਝੀ ਹੋਈ ਜਾਂ ਕਹੋ ਪਤਾ ਚੱਲਿਆ, ਖਬਰ ਹੋਈ, ਦਿੱਲੀ ਦੀਆਂ ਸੰਗਤਾਂ ਦੀ ਬੇਨਤੀ ਗਰੀਬ ਨਵਾਜ਼ ਜੀਆਂ ਸ਼ਰਵਣ ਕੀਤੀ, ਪੜ੍ਹੀ ਕਿ ਆਪਾਂ ਚੰਦੂ ਦੀ ਧੀ ਦਾ ਰਿਸ਼ਤਾ ਮਹਾਰਾਜ ਹਰਗੋਬਿੰਦ ਸਾਹਿਬ ਵਾਸਤੇ ਨਾ ਲਈਏ, ਬੜਾ ਹੰਕਾਰੀ ਹੈ। ਤੋ ਸਤਿਗੁਰਾਂ ਨੇ ਕਹਿ ਦਿੱਤਾ ਸੀ ਆਏ ਹੋਏ ਲਾਗੀਆਂ ਨੂੰ, ਸ਼ਗਨ ਲਾਉਣ ਵਾਲਿਆਂ ਨੂੰ ਵੀ ਚੰਦੂ ਵੱਡਾ ਹੈ ਅਤੇ ਕੋਈ ਵੱਡਾ ਘਰ ਲੱਭੇ। ਅਸੀਂ ਗਰੀਬ ਹਾਂ, ਗੁਰੂ ਨਾਨਕ ਪਾਤਸ਼ਾਹ ਦਾ ਘਰ ਨੀਵਿਆਂ ਦਾ ਹੈ ਅਤੇ ਸਾਨੂੰ ਕੋਈ ਸਾਡੇ ਵਰਗਾ ਨੀਵਾਂ ਸਿੱਖ ਆਪੇ ਆ ਕੇ ਮਿਲ ਪਵੇਗਾ। ਇਹ ਮਹਾਰਾਜ ਦੇ ਮੁਖੋਂ ਬੋਲ ਸੁਣ ਕੇ ਵਕਤ ਵਿਚਾਰਦਿਆਂ ਹੋਇਆਂ ਡੱਲੇ ਨਿਵਾਸੀ ਭਾਈ ਸਾਹਿਬ ਭਾਈ ਨਾਰਾਇਣ ਦਾਸ, ਜਿਹੜੇ ਭਾਈ ਪਾਰੋ ਜੀ ਦੇ ਅੱਗੇ ਪੁੱਤ ਪੋਤਰੇ ਸਨ, ਇਹਨਾਂ ਨੇ ਵਿਚਾਰ ਕੀਤੀ ਵੀ ਕਿਉਂ ਨਾ ਮੈਂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਵਾਸਤੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਵੀ ਮਹਾਰਾਜ ਮੇਰੇ ਘਰ ਵਿੱਚ ਮੇਰੀ ਧੀ ਦਮੋਦਰੀ ਹੈ, ਜੇ ਆਪ ਜੀ ਨੂੰ ਚੰਗਾ ਲੱਗੇ ਹਰਗੋਬਿੰਦ ਸਾਹਿਬ ਵਾਸਤੇ ਰਿਸ਼ਤਾ ਲੈ ਲਓ, ਕਿਉਂਕਿ ਪਾਤਸ਼ਾਹ ਜੀ ਤਾਂ ਕਹਿ ਹੀ ਰਹੇ ਆ ਵੀ ਸਾਡੇ ਵਰਗਾ ਕੋਈ ਨੀਵਾਂ ਮਿਲੇਗਾ ਅਤੇ ਜ਼ਰੂਰ ਮੇਰੀ ਫਰਿਆਦ ਮਹਾਰਾਜ ਪ੍ਰਵਾਨ ਕਰਨਗੇ। ਸਾਧ ਸੰਗਤ ਦੀ ਵਿਚਾਰ ਬਣਾ ਕਰਕੇ ਸਾਰੀ ਸੰਗਤ ਦੇ ਵਿੱਚ ਇਹ ਭਾਈ ਨਾਰਾਇਣ ਦਾਸ ਹੱਥ ਜੋੜ ਕੇ ਖਲੋ ਗਿਆ, ਅਰਦਾਸ ਕਰਨ ਲੱਗਿਆ, ਇਹ ਗਰੀਬਾਂ ਨੂੰ ਨਿਵਾਜਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਡੱਲਾ ਮੇਰਾ ਪਿੰਡ ਹੈ, ਭਾਈ ਪਾਰੋ ਜੀ ਦੀ ਅੰਸ਼ ਵਿੱਚੋਂ ਮਹਾਰਾਜ ਮੈਂ ਸੰਬੰਧ ਰੱਖਦਾ, ਘਰ ਵਿੱਚ ਮੇਰੇ ਕੁਝ ਨਹੀਂ, ਗਰੀਬੀ ਬਹੁਤ ਹੈ, ਇੱਕੋ ਇੱਕ ਮਹਾਰਾਜ ਤੁਹਾਡੀ ਸਿੱਖੀ ਜਿਹੜੀ ਅਸੀਂ ਪੁੱਤ ਪੋਤਰਿਆਂ ਤੋਂ ਧਾਰਨ ਕੀਤੀ ਹੈ, ਅਤੇ ਗਰੀਬ ਸਿੱਖ ਦੀ ਅਰਦਾਸ ਪ੍ਰਵਾਨ ਕਰੋ ਮਹਾਰਾਜ, ਜੇ ਆਪ ਜੀ ਨੂੰ ਚੰਗਾ ਲੱਗੇ ਤਾਂ ਮੈਂ ਆਪਣੀ ਪੁੱਤਰੀ ਦਾ ਰਿਸ਼ਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਆਪ ਜੀ ਦੀ ਚਰਨੀ ਭੇਂਟ ਕਰਦਾ। ਮੇਰੀ ਆਸ ਹੈ ਵੀ ਤੁਸੀਂ ਗਰੀਬ ਸਿੱਖ ਦੀ ਲਾਜ ਜ਼ਰੂਰ ਰੱਖੋਗੇ। ਸਤਿਗੁਰੂ ਸੁਣ ਕੇ ਬੜੇ ਖੁਸ਼ ਹੋਏ, ਮਹਾਰਾਜ ਕਹਿੰਦੇ ਬਹੁਤ ਯੋਗ ਸਮੇਂ 'ਤੇ ਸਿੱਖਾਂ ਤੋਂ ਬੋਲਿਆ, ਕਿਉਂ ਨਹੀਂ ਪ੍ਰਵਾਨ ਕਰਾਂਗੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਘਰ, ਇਹਦਾ ਤਾਂ ਸਦਾ ਸੰਬੰਧ ਹੀ ਸਿੱਖਾਂ ਨਾਲ ਰਿਹਾ, ਸਿੱਖਾਂ ਦੇ ਨਾਲ ਹੀ ਸਾਡੇ ਘਰ ਦੀ ਲੇਵਾ ਦੇਵੀ ਰਹੀ ਹੈ, ਸਿੱਖਾਂ ਨਾਲ ਹੀ ਸਾਡੇ ਵਿਹਾਰ ਹੈ, ਸਿੱਖ ਹੀ ਸਾਡੇ ਵਾਸਤੇ ਪਰਿਵਾਰ ਹਨ। ਤੋਂ ਮਹਾਰਾਜ ਜੀਆਂ ਬ੍ਰਾਹਮਣ ਨੂੰ ਆਖਿਆ ਕਿ ਇਹ ਰਿਸ਼ਤਾ ਪ੍ਰਵਾਨ ਕੀਤਾ ਜਾਵੇ ਭਾਈ ਨਾਰਾਇਣ ਦਾਸ ਦੀ ਧੀ ਦਾ। ਤੋ
ਕੋਈ ਸਮਾਨ ਸਮੱਗਰੀ ਮੰਗਵਾ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਗਨ ਪਾਇਆ ਗਿਆ। ਭਾਈ ਨਰਾਇਣ ਦਾਸ ਜੀ ਨੇ ਤਿਲਕ ਲਾਇਆ ਕੇਸਰ ਦਾ ਪਾਤਸ਼ਾਹ ਦੇ ਮੱਥੇ ਉੱਪਰ। ਇਹਨੇ ਨੂੰ ਇੱਕ ਹੋਰ ਸਿੱਖ ਹਰੀਚੰਦ ਨਾਮ ਦਾ, ਇਹਨੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ ਵੀ ਪਾਤਸ਼ਾਹ ਕਿਰਪਾ ਕਰੋ ਮਹਾਰਾਜ, ਮੇਰੀ ਵੀ ਅਰਦਾਸ ਬੇਨਤੀ ਹੈ ਵੀ ਸਾਡੇ ਮਨ ਵਿੱਚ ਜਦੋਂ ਘਰੇ ਸਾਡੇ ਧੀ ਜੰਮੀ ਅਤੇ ਸਾਡੀ ਇੱਛਾ ਸੀ ਵੀ ਇਹ ਗੁਰੂ ਘਰ ਦੀ ਮਹਾਨ ਸੇਵਾ ਕਰੇ। ਅਸੀਂ ਚਾਹੁੰਦੇ ਹਾਂ ਵੀ ਸਾਡੀ ਪੁੱਤਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ ਦੀ ਸਾਰੀ ਉਮਰ ਸੇਵਾ ਵਿੱਚ ਹਾਜ਼ਰ ਰਹੇ ਅਤੇ ਸਾਡੀ ਵੀ ਕੁੱਲ ਦਾ ਉਧਾਰਾ ਹੋਵੇ। ਇਹ ਧੰਨ ਮਾਤਾ ਨਾਨਕੀ ਜੀ ਸਨ, ਜਿਨ੍ਹਾਂ ਦਾ ਰਿਸ਼ਤਾ, ਦੂਸਰਾ ਰਿਸ਼ਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਹੋਇਆ। ਸ਼ਗਨ ਪੈਣ ਉਪਰੰਤ ਸੰਗਤਾਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ। ਪ੍ਰੇਮ ਦੇ ਸਹਿਤ ਉਸ ਪ੍ਰਭੂ ਪਰਮੇਸ਼ਰ ਦਾ ਸ਼ੁਕਰਾਨਾ ਕਰਦੀਆਂ ਸੰਗਤਾਂ ਆਪੋ ਆਪਣੇ ਸਥਾਨਾਂ ਨੂੰ ਟਿਕੀਆਂ। ਆਏ ਹੋਏ ਬ੍ਰਾਹਮਣ ਜਿਹੜੇ ਚੰਦੂ ਵੱਲੋਂ ਆਏ ਸਨ, ਗਰੀਬ ਨਵਾਜ ਨੇ ਉਹਨਾਂ ਦੀ ਵੀ ਇੱਜ਼ਤ ਰੱਖਣ ਵਾਸਤੇ ਆਖਿਆ ਭਾਈ ਠੀਕ ਹੈ, ਸੰਬੰਧ ਨਹੀਂ ਹੋ ਪਾਇਆ, ਪਰ ਜਿਹੜਾ ਕੋਈ ਤੁਹਾਡਾ ਲਾਗ ਜਾਂ ਮਾਇਆ ਬਣਦੀ ਜਿਹੜੀ ਤੁਸੀਂ ਇੱਛਾ ਕਰਕੇ ਆਏ ਸੀ ਰਿਸ਼ਤਾ ਕਰਾਉਣ ਵਾਸਤੇ, ਉਹ ਤੁਸੀਂ ਲੈ ਸਕਦੇ ਹੋ। ਆਖਿਆ ਨਹੀਂ ਪਾਤਸ਼ਾਹ, ਸਾਨੂੰ ਲੋੜ ਨਹੀਂ, ਗਰੀਬ ਨਵਾਜ ਚੰਗੇ ਨਹੀਂ ਲੱਗਦੇ। ਇਹਨਾਂ ਬੜਾ ਸਿਦਕ ਵਿਖਾਇਆ। ਗਰੀਬ ਨਵਾਜ ਮਹਾਰਾਜ ਨੇ ਫਿਰ ਚੰਦੂ ਨੂੰ ਸੁਨੇਹਾ ਭੇਜਿਆ ਵੀ ਚੰਦੂ ਨੂੰ ਆਖੋ ਵੀ ਸਾਨੂੰ ਸਾਡੇ ਵਰਗੇ ਗਰੀਬ ਲੱਭ ਪਏ ਆ, ਤੂੰ ਵੱਡਾ ਹੈ ਤੇ ਵੱਡੇ ਲੱਭ ਲੈ। ਔਰ ਨਾਲ ਹੀ ਆਖਿਆ ਪਾਤਸ਼ਾਹ ਨੇ ਵੀ ਜਿਹੜਾ ਸੰਜੋਗ ਹੁੰਦਾ ਹੈ ਪਰਮੇਸ਼ਰ ਲਿਖਦਾ ਹੈ, ਮਨੁੱਖ ਦੇ ਹੱਥ ਵੱਸ ਵਿੱਚ ਇਹਦੇ ਵਿੱਚ ਕੁਝ ਨਹੀਂ ਹੁੰਦਾ। ਇਸ ਤਰ੍ਹਾਂ ਸਾਧ ਸੰਗਤ ਜੀ, ਇਹਨਾਂ ਬ੍ਰਾਹਮਣਾਂ ਨੂੰ ਪਾਤਸ਼ਾਹ ਨੇ ਵਿਦਾ ਕੀਤਾ ਔਰ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹੁਕਮ ਕੀਤਾ ਕਿ ਆਪ ਜੀ ਹੁਣ ਆਪਣੇ ਮਾਤਾ ਗੰਗਾ ਜੀ ਪਾਸ ਘਰ ਮਹਿਲ ਵਿੱਚ ਜਾਓ। ਹਜ਼ੂਰ ਉੱਠ ਕੇ ਤੁਰ ਪਏ। ਇਹ ਅੱਗੇ ਕਥਾ ਜਿਵੇਂ ਆ ਰਹੀ ਹੈ ਵੀ ਮਹਾਰਾਜ ਦੇ ਵਿਵਾਹ ਬੰਨ੍ਹਿਆ ਗਿਆ, ਤਰੀਕ ਕੋਈ ਥਿੱਤ ਬੰਨੀ ਗਈ, ਸਮਾਂ ਨਿਯਤ ਕੀਤਾ ਗਿਆ। ਉਹ ਪ੍ਰਸੰਗ ਜਿਵੇਂ ਆਉਂਦਾ ਅੱਜ ਆਪਾਂ ਮਨ ਚਿੱਤ ਬਿਰਤੀ ਇਕਾਗਰ ਕਰਕੇ ਸ਼ਰਵਣ ਕਰੀਏ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਓ। ਸਭ ਸੰਗਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਹਰਗੋਬਿੰਦ ਚੰਦ ਤਬ ਬਦਨ ਪ੍ਰਫੁੱਲਿਆ ਬਿਲੰਦ। ਤੋ ਕਵੀ ਜੀ ਅੱਗੇ ਪ੍ਰਸੰਗ ਤੋਰਦੇ ਲਿਖ ਰਹੇ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦਾ ਜਿਹੜਾ ਬਦਨ ਹੈ ਬੜਾ ਫਲੀਭੂਤ ਹੋ ਰਿਹਾ ਹੈ, ਜਿਵੇਂ ਕਿਤੇ ਚੰਦਰਮਾ ਹੁੰਦਾ ਹੈ। ਰੁੱਖ ਲਖ ਪਿਤ ਸਤਿਗੁਰੂ ਕੋ, ਤੇ ਆਪਦੇ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਹੁਕਮ ਪਾ ਕੇ ਮਹਾਰਾਜ ਨੇ ਆਖਿਆ ਨਾ ਵੀ ਤੁਸੀਂ ਹੁਣ ਆਪਣੇ ਮਾਤਾ ਜੀ ਦੇ ਪਾਸ ਜਾਓ। ਤੋ ਗਰੀਬ ਨਵਾਜ ਮਹਾਰਾਜ ਦਾ ਸੁਭਾਅ ਜਿਹਾ ਜਾਣ ਕੇ, ਰੁੱਖ ਜਿਹਾ ਸਮਝ ਕਰਕੇ ਉੱਠੇ ਸੋ ਦੇਤ ਆਨੰਦ। ਆਨੰਦ ਦਿੰਦੇ ਹੋਏ, ਸਭ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਦੇ ਹੋਏ, ਗਰੀਬ ਨਵਾਜ ਅਜਾਨ ਬਾਹੋ ਬੰਦੀ ਛੋੜ ਦਾਤਾ ਉੱਠ ਖੜੇ ਹੋਏ। ਸਭਾ ਦੇ ਵਿੱਚੋਂ ਸਗਨ ਪੈ ਚੁੱਕਾ ਹੈ। ਟੋਟਕ ਛੰਦ ਜਨਨੀ ਗਨ ਤ੍ਰਿਜਣ ਬੀਚ ਹੁਤੀ। ਜਿਹੜੀ ਮਾਤਾ ਹੈ ਮਾਤਾ ਗੰਗਾ ਜੀ, ਉਹ ਸਾਰੀਆਂ ਮਾਈਆਂ ਦੇ ਵਿੱਚ ਹੈ ਸੀ। ਸਭ ਮਾਈਆਂ ਜਿਹੜੀਆਂ ਉਹ ਸਾਰੀਆਂ ਮਾਈਆਂ ਦੇ ਵਿੱਚ ਇੱਥੇ ਗੁਰੂ ਕੇ ਮਹਿਲ ਨਾਵੇਂ ਥਾਂ ਤੇ ਮਾਤਾ ਜੀ ਬੈਠੇ ਹੋਏ ਆ। ਜਿਸ ਭਾਲ ਜਗੀ ਵੱਡ ਭਾਗ ਰਤੀ। ਜਿਸ ਮਾਤਾ ਗੰਗਾ ਜੀ ਦੇ ਘਰ ਵਿੱਚ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ, ਜਿਸ ਧੰਨ ਮਾਤਾ ਗੰਗਾ ਜੀ ਦੇ ਮੱਥੇ ਦੇ ਭਾਗ ਜਾਗੇ ਹੈ, ਜਿਸ ਧੰਨ ਮਾਤਾ ਗੰਗਾ ਜੀ ਦੇ ਮੱਥੇ 'ਤੇ ਇਉਂ ਭਾਗ ਜਾਗੇ ਹੈ ਜਿਵੇਂ ਕੋਈ ਮਣੀ ਪ੍ਰਾਪਤ ਹੋ ਗਈ ਹੋਵੇ। ਹਿਤ ਬੰਧਨ ਕੇ ਤਿਸ ਥਾਨ ਚੱਲੇ। ਤੇ ਹਰਗੋਬਿੰਦ ਸਾਹਿਬ ਜੀ ਮਾਤਾ ਗੰਗਾ ਜੀ ਨੂੰ ਬੰਦਨਾ ਕਰਨ ਵਾਸਤੇ, ਨਮਸਕਾਰ ਕਰਨ ਵਾਸਤੇ ਹਰਿਮੰਦਰ ਸਾਹਿਬ 'ਚੋਂ ਖੜੇ ਹੋ ਕਰਕੇ ਤੁਰੇ
ਤੇ ਗੁਰੂ ਕੇ ਮਹਿਲ ਵਾਲੇ ਪਾਸੇ ਨੂੰ ਹੋ ਗਏ ਹਨ। ਉਰ ਧਾਰ ਆਨੰਦ ਬਿਲੰਦ ਭਲੇ। ਤੇ ਪਾਤਸ਼ਾਹ ਦੇ ਮਨ ਵਿੱਚ ਵੀ ਮਾਤਾ ਗੰਗਾ ਜੀ ਨੂੰ ਮਿਲਣ ਦਾ ਬੜਾ ਆਨੰਦ ਹੈ। ਸ਼ਗਨ ਪੈਣ ਤੋਂ ਬਾਅਦ ਹਜ਼ੂਰ ਜੀ ਮਾਤਾ ਜੀ ਦੇ ਦਰਸ਼ਨ ਕਰਨ ਦੀ ਬੜੀ ਇੱਛਾ ਰੱਖਦੇ ਹਨ। ਪਦ ਮੰਦਹਿ ਮੰਦ ਤਰੇ ਤਰਨੀ। ਤੁਰੇ ਆ ਹਰਗੋਬਿੰਦ ਸਾਹਿਬ ਜੀ ਮੰਦੇ ਮੰਦੇ ਧੀਰੇ ਧੀਰੇ ਸੁੰਦਰ ਚਰਨ ਧਰਤੀ ਤੇ ਰੱਖਦੇ ਹੋਏ। ਵੱਡ ਲੋਚਨ ਤੇ ਕੁਟਲੈ ਬਰਨੀ। ਤੇ ਮਹਾਰਾਜ ਦੇ ਵੱਡੇ ਵੱਡੇ ਨੇਤਰ ਕਵੀ ਜੀ ਕਹਿੰਦੇ ਹਜ਼ੂਰ ਦੇ ਵੱਡੇ ਵੱਡੇ ਨੇਤਰ ਤੇ ਨਾਲ ਗਰੀਬ ਨਵਾਜ ਦੀਆਂ ਸਤਸੰਗ ਜੀ ਟੇਢੀਆਂ ਸੇਲੀਆਂ ਬੜੀਆਂ ਸੁੰਦਰ ਤੀਰ ਕਮਾਨ ਵਾਂਗੂ ਉੱਪਰ ਨੂੰ ਉੱਠੀਆਂ ਹਨ। ਜੁਤ ਸੁੰਦਰਤਾ ਬਹੁ ਸ਼ੋਭ ਤਰੇ। ਹਰੀ ਗਰੀਬ ਨਵਾਜ ਬੜੀ ਸੁੰਦਰਤਾ ਤੇ ਸਹਿਤ ਹੈ, ਬੜੀ ਸ਼ੋਭਾ ਧਾਰੀ ਹੋਈ ਹੈ, ਬਹੁਤ ਸੁੰਦਰ ਫੱਬ ਪੈ ਰਿਹਾ ਹੈ। ਘਰ ਪੌਰ ਵਿਖੈ ਤਬ ਜਾਏ ਬਰੇ। ਤੇ ਜਿੱਥੇ ਦਰਸ਼ਨੀ ਦਰਵਾਜ਼ਾ ਹੈ ਨਾ ਸਾਧ ਸੰਗਤ ਜੀ ਗੁਰੂ ਕੇ ਮਹਿਲ ਦਾ, ਜਿਨ੍ਹਾਂ ਨੇ ਦਰਸ਼ਨ ਕੀਤੇ ਆ, ਫਿਰ ਬੇਨਤੀ ਕਰ ਦਈਏ ਹਰਿਮੰਦਰ ਸਾਹਿਬ ਤੋਂ ਮਗਰ ਸਾਧ ਸੰਗਤ ਜੀ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਨਾ ਗਲੀ ਜਾਂਦੀ ਹੈ। ਗੁਰੂ ਕੇ ਮਹਿਲ ਨਾਵੇਂ ਸਥਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਦਾ ਘਰ ਸੀਗਾ ਗੁਰੂ ਕੇ ਮਹਿਲ। ਤੇ ਮਹਾਰਾਜ ਹਰਿਮੰਦਰ ਸਾਹਿਬ ਜ਼ਿਆਦਾ ਰਹਿੰਦੇ ਸੀ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਪਰਿਵਾਰ ਜਿਹੜਾ ਹੈ ਤੇ ਜਿਹੜੀਆਂ ਮਾਈਆਂ ਸਨ ਉਹ ਸਾਰੀਆਂ ਧੰਨ ਮਾਤਾ ਗੰਗਾ ਜੀ ਦੇ ਪਾਸ ਉੱਥੇ ਗੁਰੂ ਕੇ ਮਹਿਲ ਨਾਵੇਂ ਸਥਾਨ 'ਤੇ ਰਹਿੰਦੇ ਸਨ। ਗੁਰੂ ਕੇ ਮਹਿਲ ਨਾਵੇਂ ਸਥਾਨ ਏਡਾ ਪਵਿੱਤਰ ਸਥਾਨ ਜਿੱਥੇ ਧੰਨ ਧੰਨ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਅਵਤਾਰ ਧਾਰਿਆ। ਤੋਂ ਬੜੇ ਸਾਧ ਸੰਗਤ ਜੀ ਇਤਿਹਾਸ ਜੁੜੇ ਇਸ ਪਾਵਨ ਪਵਿੱਤਰ ਸਥਾਨ ਦੇ ਨਾਲ। ਗਰੀਬ ਨਵਾਜ ਹਰਗੋਬਿੰਦ ਸਾਹਿਬ ਆਪਣੇ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ, ਮੱਥਾ ਟੇਕਣ ਵਾਸਤੇ, ਬੰਦਨਾ ਕਰਨ ਵਾਸਤੇ ਬੜੇ ਚਾਅ ਉਤਸ਼ਾਹ ਦੇ ਨਾਲ ਤੁਰੇ ਹਨ ਤੇ ਦਰਸ਼ਨੀ ਦਰਵਾਜ਼ੇ ਵਿੱਚ ਪਹੁੰਚ ਗਏ, ਵੜ ਗਏ ਹਨ। ਗਣ ਤ੍ਰੀਣ ਦੇਖ ਵਿਸ਼ੇਖ ਸੁਖੰ। ਤੇ ਜਿੰਨੀਆਂ ਇਸਤਰੀਆਂ ਹਨ ਜਿਹੜੇ ਉੱਥੇ ਮਾਈਆਂ ਇਕੱਠੀਆਂ ਹੋਈਆਂ, ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਪ੍ਰਾਪਤ ਕਰਕੇ ਬਹੁਤ ਖੁਸ਼ ਹੋ ਗਈਆਂ ਹਨ। ਹਰ ਖਾਏ ਬਿਲੋਕਤ ਚਾਰ ਮੁਖੰ। ਮਹਾਰਾਜ ਦਾ ਸੁੰਦਰ ਮੁਖ ਵੇਖ ਕੇ ਸਾਰੀਆਂ ਸਿੱਖਣੀਆਂ ਜਾਂ ਜਿੰਨੀ ਮਾਈਆਂ ਸਭ ਗਰੀਬ ਨਵਾਜ ਮਹਾਰਾਜ ਦਾ ਪਾਵਨ ਪਵਿੱਤਰ ਚਿਹਰੇ ਦੇ ਦਰਸ਼ਨ ਕਰਕੇ ਐਨ ਗਦਗਦ ਹੋ ਗਏ ਹਨ। ਕਰ ਜੋਰ ਨਮੋ ਸਭ ਧਾਰਤ ਹੈ। ਸਾਰਿਆਂ ਨੇ ਹਜ਼ੂਰ ਨੂੰ ਨਮਸਕਾਰਾਂ ਕੀਤੀਆਂ, ਹੱਥ ਜੋੜ ਜੋੜ ਕੇ ਸਭ ਪਾਸਿਓਂ ਪਾਤਸ਼ਾਹ ਤੁਰਦਿਆਂ ਨੂੰ ਮੱਥੇ ਟੇਕ ਰਹੇ ਹਨ। ਗੁਰ ਆਨੰਦ ਗੁਰੂ ਸੋ ਵਿਚਾਰਤ ਹੈ। ਸੰਗਤਾਂ ਵਿਚਾਰਦੀਆਂ ਵੀ ਇਹ ਸਾਡੇ ਗੁਰੂ ਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸੋਹਣੇ ਹਰਗੋਬਿੰਦ ਸਾਹਿਬ ਸਾਹਿਬਜ਼ਾਦੇ ਹਨ। ਸੁਤ ਗੰਗ ਉਮੰਗਹਿ ਸੰਗ ਪਿਖਿਓ। ਇਧਰ ਧੰਨ ਧੰਨ ਮਾਤਾ ਗੰਗਾ ਜੀ ਨੇ ਹਰਗੋਬਿੰਦ ਸਾਹਿਬ ਸਾਹਿਬਜ਼ਾਦੇ ਨੂੰ ਜਦੋਂ ਘਰ ਵਿੱਚ ਆਉਂਦਾ ਵੇਖਿਆ ਹੈ। ਸੁਤ ਗੰਗ ਉਮੰਗਹਿ ਸੰਗ ਪਿਖਿਓ। ਬੜੀ ਉਤਸ਼ਾਹ ਤੇ ਪ੍ਰੇਮ ਨਾਲ ਹਰਗੋਬਿੰਦ ਸਾਹਿਬ ਨੂੰ ਆਇਆ ਘਰ ਵਿੱਚ ਵੇਖਿਆ ਜਦ। ਗੁਰ ਬੰਸਹਿ ਕੋ ਅਵੇ ਤੰਸ ਲਖਿਓ। ਜਾਣਿਆ ਵੀ ਮੇਰਾ ਪੁੱਤਰ ਹਰਗੋਬਿੰਦ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ, ਇਹਨਾਂ ਦੀ ਵੰਸ਼ ਦਾ ਬੜਾ ਪ੍ਰਤਾਪੀ ਸੂਰਜ ਹੈ। ਇਹਨਾਂ ਦਾ ਚਿਹਰੇ ਦਾ ਪ੍ਰਤਾਪ ਦੱਸਦਾ ਹੈ। ਇਹ ਮੇਰਾ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਤਾਂ ਬੜਾ ਪ੍ਰਤਾਪੀ ਹੈ, ਸੋਢੀਆਂ ਦੀ ਵੰਸ਼ ਦਾ ਮਹਾਨ ਸੂਰਜ ਹੈ। ਪਦ ਬੰਦਤ ਕੋ ਗਹਿ ਅੰਕ ਲਿਓ। ਤੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾ ਕੇ ਧੰਨ ਮਾਤਾ ਗੰਗਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਮਾਤਾ ਗੰਗਾ ਜੀਆਂ ਹਰਗੋਬਿੰਦ ਸਾਹਿਬ ਨੂੰ ਮੋਢਿਆਂ ਤੋਂ ਪਕੜ ਕੇ ਤੋ ਆਪਣੀ ਛਾਤੀ ਦੇ ਨਾਲ ਲਾ ਲਿਆ, ਗਲਵੱਕੜੀ ਵਿੱਚ ਭਰ ਲਿਆ ਹੈ। ਨਹਿ ਜਾਏ ਕਹਿਓ ਜੋ ਆਨੰਦ ਭਇਓ। ਕਵੀ ਜੀ ਕਹਿੰਦੇ ਮਾਤਾ ਜੀ ਨੂੰ ਕਿੰਨਾ ਆਨੰਦ ਆ ਰਿਹਾ, ਪੁੱਤਰ ਦੇ ਸ਼ਗਨ ਪਏ ਤੇ ਹਰਗੋਬਿੰਦ ਸਾਹਿਬ ਨੂੰ ਵੇਖੇ ਤੇ ਕਿਹਾ ਨਹੀਂ ਜਾਂਦਾ, ਬੇਅੰਤ ਆਨੰਦ ਪ੍ਰਾਪਤ ਹੋਇਆ ਹੈ। ਮੁਖ ਸੂੰਗਤ ਧਾਰ ਦੁਲਾਰ ਕਨੋ। ਮਾਤਾ ਜੀ ਮੁਖ ਸੁੰਘਦੇ ਆ, ਹਰਗੋਬਿੰਦ ਸਾਹਿਬ ਦਾ ਮੱਥਾ ਚੁੰਮਦੇ ਆ, ਬਹੁਤ ਲਾਡ ਲੜਾਉਂਦੇ ਹਨ। ਕਿਸ ਰੰਕ ਲਹੀ ਨਿਧ ਬ੍ਰਿੰਦ ਮਨੋ। ਤੇ ਬੜੇ ਖੁਸ਼ ਹੁੰਦੇ ਮਾਤਾ ਗੰਗਾ ਜੀ, ਜਿਵੇਂ ਕਿਸੇ ਬਿਲਕੁਲ ਗਰੀਬ ਕੰਗਾਲ ਨੂੰ ਖਜ਼ਾਨੇ ਦਾ ਪਤਾ ਲੱਗ ਗਿਆ ਹੋਵੇ। ਜਿਵੇਂ ਕਿਸੇ ਕੰਗਾਲ ਨੂੰ ਖਜ਼ਾਨਾ ਮਿਲ ਗਏ ਤੇ ਖੁਸ਼ ਹੁੰਦਾ ਹੈ, ਮਾਤਾ ਗੰਗਾ ਜੀ ਆਪਣੇ ਸਾਹਿਬਜ਼ਾਦੇ ਨੂੰ ਛਾਤੀ ਨਾਲ ਲਾ ਲਾ ਕੇ ਰਜ ਰਜ ਲਾਡ ਕਰਦੇ
ਖੁਸ਼ੀਆਂ ਮਨਾਉਂਦੇ ਹਨ। ਸੁਤ ਜੀਵਹ ਪੁੰਜ ਬਿਘਨ ਹਨੋ। ਤੇ ਸੇ ਨਾਲੇ ਕਹਿੰਦੇ, ਹੇ ਪੁੱਤਰ ਹਰਗੋਬਿੰਦ, ਪੁੱਤ ਜੁਗ ਜੁਗ ਜਿਉਂਦਾ ਰਹੇ, ਲੰਮੀਆਂ ਉਮਰਾਂ ਮਾਣੇ, ਸਾਰੇ ਤੇਰੇ ਵਿਘਨ ਕਲੇਸ਼ ਨਾਸ਼ ਹੋ ਜਾਵਣ, ਸੁਖੀ ਸਦਾ ਸੁਖੀ ਰਹੇ ਤੂੰ। ਇਮ ਆਸਿਖ ਦੇਤ ਸੋ ਪ੍ਰੀਤ ਸੁਨੋ। ਤੇ ਬੜੇ ਪ੍ਰੀਤ ਪ੍ਰੇਮ ਦੇ ਸਹਿਤ ਮਾਤਾ ਗੰਗਾ ਜੀ ਸਾਹਿਬਜ਼ਾਦੇ ਨੂੰ ਅਸ਼ੀਸ਼ਾਂ ਦਿੰਦੇ ਐ, ਛਾਤੀ ਨਾਲ ਲਾਉਂਦੇ ਐ, ਮੱਥਾ ਚੁੰਮਦੇ ਹਨ। ਨਿਜ ਅੰਕ ਬਿਠਾਏ ਸੋ ਨੰਦਨ ਕੋ। ਤੇ ਹੁਣ ਮਹਾਰਾਜ ਦੀ ਉਮਰ ਸਾਧ ਸੰਗਤ ਜੀ ਕੋ 9 ਵਰਿਆਂ ਦੀ ਹੈ। ਮਾਤਾ ਜੀ ਝੋਲੀ ਵਿੱਚ ਬਿਠਾ ਕੇ ਬੜਾ ਲਾਡ ਪ੍ਰੇਮ ਜਿਹੜਾ ਕਰਦੇ ਹਨ। ਸਭ ਨਾਰ ਪਿਖਿਓ ਜਗ ਬੰਧਨ ਕੋ। ਤੇ ਸਾਰੇ ਜਿਹੜੇ ਸਿੱਖ ਆਏ ਹੋਏ ਨਾ ਮਾਤਾ ਗੰਗਾ ਜੀ ਦੇ ਇੱਥੇ ਘਰ ਵਿੱਚ ਗੁਰੂ ਕੇ ਮਹਿਲ, ਹਰਗੋਬਿੰਦ ਸਾਹਿਬ ਨੂੰ ਵੇਖ ਵੇਖ ਕੇ ਸਾਰਿਆਂ ਦੇ ਖੁਸ਼ ਹਿਰਦੇ ਹੋ ਜਾਂਦੇ ਆ, ਕਿਉਂਕਿ ਵਿਚਾਰਦੇ ਵੀ ਗੁਰੂ ਹਰਗੋਬਿੰਦ ਸਾਹਿਬ ਤਾਂ ਸਾਰੇ ਸੰਸਾਰ ਦੇ ਪੂਜਣੇ ਯੋਗ ਪਾਤਸ਼ਾਹ ਹਨ। ਬਹੁ ਆਸਿਖ ਦੇਤ ਵਧਾਇਨ ਕੋ। ਤੇ ਮਾਤਾ ਗੰਗਾ ਨੂੰ ਵਧਾਈਆਂ ਮਿਲਦੀਆਂ ਮਾਈਆਂ ਪਾਸੋਂ, ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਅਸ਼ੀਸ਼ਾਂ ਸੀਸ ਤੇ ਹੱਥ ਰੱਖ ਰੱਖ ਕੇ ਬਜ਼ੁਰਗ ਮਾਈਆਂ ਆਸ਼ੀਰਵਾਦ ਦਿੰਦੀਆਂ ਹਨ। ਬੈ ਦੀਰਘ ਸੰਕਟ ਹੋਏ ਨਾ ਕੋ। ਪੁੱਤਰ ਹਰਗੋਬਿੰਦ, ਤੇਰੀ ਉਮਰ ਥੋੜੀ ਹੈ ਤੇ ਤੈਨੂੰ ਕਦੇ ਵੀ ਕੋਈ ਦੁੱਖ ਨਾ ਵੇਖਣਾ ਪਵੇ। ਮਿਲ ਕੋ ਅਬਲਾ ਪਗ ਕੰਜ ਛੁਵੈ। ਤੇ ਕਈ ਜਿਹੜੇ ਵੈ ਮਾਈਆਂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਵਿੱਤਰ ਚਰਨ ਕਮਲ ਪਰਸਦੀਆਂ, ਹੱਥ ਲਾਉਂਦੀਆਂ ਚਰਨਾਂ ਤੇ। ਅਵੇ ਲੋਕਤ ਕੇ ਸਿਰ ਨੰਮਰ ਹੋਵੈ। ਤੇ ਕਈ ਮਹਾਰਾਜ ਸਤਿਗੁਰਾਂ ਦੇ ਅੱਗੇ ਸੀਸ ਝੁਕਾ ਝੁਕਾ ਕੇ ਨਿਮਰੀ ਭਾਵ ਹੋ ਜਾਂਦੇ ਆ, ਮੱਥਾ ਟੇਕਦੇ ਆ, ਖੁਸ਼ੀਆਂ ਲੋੜਦੇ ਹਨ। ਮਨ ਭਾਵਤ ਗੀਤਨ ਗਾਵਤ ਹੈ। ਜਿਹੜੇ ਸਾਧ ਸੰਗਤ ਜੀ ਕੋ ਮੰਗਣ ਵਾਲੇ ਉਹ ਮਨ ਭਾਉਂਦੇ ਗੀਤ ਗਾ ਰਹੇ ਪਾਤਸ਼ਾਹ ਤੋਂ ਵਧਾਈਆਂ ਲੈਣ ਵਾਸਤੇ। ਪਟ ਭੂਖਣ ਚਾਰ ਸੁਹਾਵਤ ਹੈ। ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁੰਦਰ ਗਹਿਣੇ ਪਾਏ ਹੋਏ ਪੀਲੇ ਰੰਗ ਦੇ ਬਸਤਰ ਸੋਭਾ ਪਾਉਂਦੇ ਹਨ। ਇਮ ਹੋਤ ਪਇਓ ਉਤਸਾਹੋ ਮਹਾ। ਕਵੀ ਜੀ ਕਹਿੰਦੇ ਇਸ ਤਰ੍ਹਾਂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ਗਨ ਦਾ ਸਿੱਖਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਬਹੁਤ ਉਤਸ਼ਾਹ ਪ੍ਰੇਮ ਹੋ ਰਿਹਾ ਹੈ, ਖੁਸ਼ੀਆਂ ਹੋ ਰਹੀਆਂ ਨੇ। ਗੁਰ ਕੋ ਪੁਰਮੋਦ ਜਹਾਂ ਸੋ ਕਹਾਂ। ਗੁਰੂ ਕੀ ਨਗਰੀ ਜਿਹੜੀ ਅੰਮ੍ਰਿਤਸਰ ਸਾਹਿਬ ਹੈ, ਇਹਦੇ ਵਿੱਚ ਜਹਾਂ ਕਹਾਂ ਜਿੱਥੇ ਕਿਥੇ ਬੜਾ ਆਨੰਦ ਉੱਠ ਰਿਹਾ ਹੈ। ਨਰ ਨਾਰ ਮਿਲੇ ਅਵੇ ਲੋਕਣ ਕੋ। ਤੇ ਬੜੇ ਇਸਤਰੀਆਂ ਪੁਰਖ ਸਿੱਖ ਛੋਟੇ ਵੱਡੇ ਮਾਈਆਂ ਗਰੀਬ ਨਵਾਜ ਦੇ ਦਰਸ਼ਨਾਂ ਨੂੰ ਕਰਨ ਵਾਸਤੇ ਇਕੱਠੇ ਹੋ ਰਹੇ ਹਨ। ਬਹੁਤ ਭਾਰੀ ਦਰਸ਼ਨਾਂ ਵਾਸਤੇ ਇਕੱਠ ਹੋ ਰਿਹਾ ਹੈ। ਹਰ ਖਾਏ ਗਏ ਸਭ ਓਕਣ ਕੋ। ਤੇ ਸ਼ਗਨ ਵੇਖਿਆ ਸਾਰੀ ਸੰਗਤ ਨੇ। ਤੋ ਮਹਾਰਾਜ ਦੇ ਮੱਥੇ ਦਾ ਤਿਲਕ ਲੱਗਣ ਤੋਂ ਬਾਅਦ ਸੰਗਤਾਂ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਚਲੇ ਗਈਆਂ ਹਨ। ਗਨ ਮੰਗਤ ਕੋ ਧਨ ਦੀਨ ਮਹਾ। ਤੇ ਮਾਤਾ ਗੰਗਾ ਜੀਆਂ ਜਿਹੜੇ ਕੋ ਮੰਗਣ ਆਏ ਸੀ ਉਹਨਾਂ ਨੂੰ ਬਹੁਤ ਜੋ ਕੋਈ ਮੰਗਦਾ ਹੈ ਉਹੀ ਦਿੱਤਾ ਹੈ। ਸਭ ਹੂੰ ਜਸ ਕੀਨ ਗਏ ਸੋ ਜਹਾਂ। ਤੇ ਮੰਗਣ ਵਾਲੇ ਵੀ ਵਧਾਈਆਂ ਲੈ ਲੈ ਕੇ ਮਾਤਾ ਗੰਗਾ ਜੀ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਘਰ ਦੀ ਸੋਭਾ ਕਰਦੇ ਕਰਦੇ ਆਪਣੇ ਘਰਾਂ ਨੂੰ ਚਲੇ ਗਏ ਐ। ਨਰ ਬਾਜ ਬਜਾਵਤ ਜੇ ਗਨ ਕੋ। ਕਵੀ ਜੀ ਕਹਿੰਦੇ ਕਿੰਨੇ ਵਾਜੇ ਵੱਜ ਰਹੇ ਆ, ਨਗਾਰੇ ਵੱਜ ਰਹੇ ਮਹਾਰਾਜ ਦੇ ਘਰ ਵਿੱਚ। ਕੌਣ ਗਣ ਸਕਦਾ ਹੈ, ਗਿਣੇ ਨਹੀਂ ਜਾਂਦੇ ਹਨ। ਸਮੁਦਾਏ ਪ੍ਰਮੋਦ ਤੇ ਲੈ ਧਨ ਕੋ। ਪ੍ਰਮੋਦਤ ਲੈ ਧਨ ਕੋ, ਜਿੰਨੇ ਕੋਈ ਵਾਜੇ ਵਜਾਉਣ ਵਾਲੇ, ਕੋਈ ਵਧਾਈਆਂ ਲੈਣ ਵਾਲੇ ਐ, ਉਹ ਮਹਾਰਾਜ ਦੇ ਘਰੋਂ ਧਨ ਲੈ ਲੈ ਕੇ, ਖੁਸ਼ੀਆਂ ਵਧਾਈਆਂ ਲੈ ਲੈ ਕੇ ਬੜਾ ਆਨੰਦ ਮਾਣਦੇ ਐ, ਖੁਸ਼ੀ ਖੁਸ਼ੀ ਘਰ ਨੂੰ ਜਾਂਦੇ ਹਨ। ਇਸ ਭਾਂਤ ਬਿਤਾਏ ਭਲੇ ਦਿਨ ਕੋ। ਉਹ ਕਵੀ ਜੀ ਕਹਿੰਦੇ ਇਸ ਤਰ੍ਹਾਂ ਸ਼ਗਨ ਦਾ ਸਾਰਾ ਦਿਨ ਬੜੀ ਖੁਸ਼ੀ ਨਾਲ ਬਤੀਤ ਹੋਇਆ ਹੈ। ਕਰ ਖਾਨ ਰੁਪਾਨ ਸੋ ਜਾਮਨ ਕੋ। ਸੰਧਿਆ ਹੋ ਗਈ, ਰਾਤ ਪੈ ਗਈ। ਸਭ ਸੰਗਤ ਨੇ ਪੰਗਤਾਂ ਬਣਾ ਬਣਾ ਕੇ ਪ੍ਰਸ਼ਾਦਾ ਛਕ ਲਿਆ ਮਹਾਰਾਜ ਦੇ ਘਰੋਂ। ਸੁਪਤੇ ਸੁਖ ਸਾਥ ਸਭੇ ਤਬ ਹੂੰ। ਤੇ ਜਿਹੜੇ ਕੁਝ ਤਾਂ ਘਰੇ ਮੁੜ ਗਏ ਸਗਨ ਵੇਖ ਕੇ ਹਰਗੋਬਿੰਦ ਸਾਹਿਬ ਦਾ, ਉਸ ਤੋਂ ਜਿਹੜੀ ਸੰਗਤ ਰਹਿ ਗਈ ਪ੍ਰਸ਼ਾਦਾ ਪਾਣੀ ਛਕਿਆ, ਰਾਤ ਨੂੰ ਬਰਾਜ ਗਏ ਹਨ ਸੁਖ ਦੇ ਨਾਲ। ਤਜ ਨੀਂਦ ਪ੍ਰਭਾਤ ਪਈ ਜਬ ਹੂੰ। ਤੇ ਅੰਮ੍ਰਿਤ ਵੇਲਾ ਹੋਇਆ ਜਦ ਸਭ ਨੇ ਨੀਂਦਰੇ ਛੱਡੇ ਐ, ਤਿਆਰ ਬਰ ਤਿਆਰ ਹੋਣ ਲਈ ਇਸ਼ਨਾਨ ਪਾਣ ਕੀਤੇ ਐ। ਦੋਹਰਾ ਦਿੱਲੀ ਕੋ ਗਮਨਿਓ ਤਬੈ। ਇੱਧਰ ਜਿਹੜੇ ਬ੍ਰਾਹਮਣ ਆਏ ਹੋਏ ਸੀਗੇ ਚੰਦੂ ਦੀ ਧੀ ਦਾ ਰਿਸ਼ਤਾ ਲੈ ਕੇ, ਮਹਾਰਾਜ ਨੇ ਉਹਨਾਂ ਨੂੰ ਵਿਦਾ ਕਰ ਦਿੱਤਾ।
ਉਹ ਵੀ ਚਲੇ ਗਏ, ਦਿੱਲੀ ਨੂੰ ਜਾ ਰਹੇ ਹਨ। ਤੇਜ ਨਾਈ ਲੈ ਸੰਗ, ਹਾਂ, ਦਿਜ ਬ੍ਰਾਹਮਣ ਹੈ, ਇੱਕ ਸਾਧ ਸੰਗ ਜੀ ਜਿਹੜਾ ਨਾਲ ਲਾਗੀ ਹੈ, ਦੋਵੇਂ ਦਿੱਲੀ ਨੂੰ ਜਾ ਰਹੇ ਹਨ। ਮਹਾ ਦੁਖਤ ਚਿਤ ਮਹਿ ਚਲਤ, ਕਵੀ ਜੀ ਕਹਿੰਦੇ ਬੜੇ ਦੁਖੀ ਆ ਵਿਚਾਰੇ, ਨਾਲੇ ਤੁਰੇ ਜਾਂਦੇ ਦਿੱਲੀ ਨੂੰ, ਤੁਰਦੇ ਹੋਏ ਬਹੁਤ ਦੁੱਖ ਮਨਾ ਰਹੇ ਹਨ। ਭਇਓ ਜਾਹੇ ਮਨ ਭੰਗ, ਵੀ ਮਾਨੋ ਜਿਵੇਂ ਪਤਾ ਨਹੀਂ ਬਹੁਤ ਭਾਰੀ ਇਹਨਾਂ ਦਾ ਨੁਕਸਾਨ ਹੋਇਆ, ਬੜਾ ਵੱਡਾ ਮਨ ਟੁੱਟ ਗਿਆ ਹੈ। ਤੋਟਕ ਛੰਦ ਵਿਵਹਾਰ ਮਨੋ ਵੱਡ ਘਾਟ ਪਇਓ, ਇਹਨਾਂ ਦੋਵਾਂ ਦੇ ਮੁਖ ਤੇ ਕੋਈ ਰੌਣਕ ਨਹੀਂ, ਬੜੇ ਦੁਖੀ ਹੋ ਰਹੇ ਹੈ, ਜਿਵੇਂ ਕਿਤੇ ਬਹੁਤ ਵਪਾਰ ਚੋਂ ਘਾਟਾ ਪੈ ਜਾਂਦਾ ਹੈ। ਸਮ ਬਾਨਿਕ ਚਿੰਤ ਬਿਲੰਦ ਲਇਓ, ਵਿਹਾਰ ਚੋਂ ਕਾਰੋਬਾਰ ਚੋਂ ਘਾਟੇ ਪਏ ਵਾਲੇ ਬਾਣੀਏ ਵਾਂਗੂ ਇਹਨਾਂ ਦੇ ਮੂੰਹ ਲਟਕੇ ਹੈ, ਬੜੀ ਵਾਰੀ ਚਿੰਤਾ ਲਈ ਹੋਈ ਹੈ। ਉਦਤੇ ਓ ਜਨ ਬਾਗ ਲਗਾਵਨ ਕੋ, ਐਉਂ ਕਹਿ ਲਓ ਵੀ ਜਿਵੇਂ ਕਿਸੇ ਮਾਲੀ ਨੂੰ ਜ਼ਮੀਨ ਮਿਲ ਗਈ ਹੋਵੇ ਬਾਗ ਲਾਉਣ ਵਾਸਤੇ, ਤੇ ਉਹ ਬਾਗ ਲਾਉਣ ਦੀ ਤਿਆਰੀ ਕਰ ਰਿਹਾ ਸੀ। ਛਿਤ ਛੀਨ ਲਈ ਪਛਤਾਵਨ ਕੋ, ਤੇ ਕਿਸੇ ਰਾਜੇ ਨੇ ਜ਼ਮੀਨ ਖੋਹ ਲਈ ਹੋਵੇ, ਬਾਗ ਲਾਉਣੋਂ ਰਹਿ ਗਏ ਹੋਣ। ਹਰਗੋਬਿੰਦ ਸਾਹਿਬ ਨੂੰ ਸ਼ਗਨ ਲੱਗਣ ਹੀ ਵਾਲਾ ਸੀ ਵੀ ਦਿੱਲੀ ਦੀ ਸਿੱਖ ਸੰਗਤ ਨੇ ਚਿੱਠੀ ਲਿਖ ਮਾਰੀ। ਇਹ ਉਸ ਸਮੇਂ ਨੂੰ ਝੂਰਦੇ ਜਿਵੇਂ ਕਿਸੇ ਮਾਲੀ ਨੂੰ ਬਾਗ ਵਾਸਤੇ ਜਗ੍ਹਾ ਮਿਲ ਗਈ ਹੋਵੇ, ਜਦੋਂ ਬਾਗ ਲਾਉਣ ਲੱਗਿਆ ਉਦੋਂ ਜ਼ਮੀਨ ਖੋਹ ਲਈ ਹੋਵੇ। ਇਸ ਤਰ੍ਹਾਂ ਕਵੀ ਜੀ ਕਹਿੰਦੇ ਇਹਨਾਂ ਦੋਹਾਂ ਦੀ ਹਾਲਤ ਹੈ ਕਿ ਜਹਾਜ਼ ਭਰਿਓ ਜਲ ਡੂਬ ਗਇਓ, ਜਿਵੇਂ ਕਹਿੰਦੇ ਭਰਿਆ ਸਮਾਨ ਦਾ ਜਹਾਜ਼ ਸਾਰਾ ਕਿਸੇ ਵਪਾਰੀ ਦਾ ਡੁੱਬ ਜਾਂਦਾ ਹੈ। ਨਾ ਬਚਿਓ ਕੁਛ ਯੋਂ ਦੁਖ ਤਾਹੇ ਭਇਓ, ਕੁਛ ਨਹੀਂ ਬਚਿਆ, ਸਾਰਾ ਜਹਾਜ਼ ਰੁੜ ਪੁੜ ਗਿਆ ਹੋਵੇ, ਕੁਝ ਨਾ ਬਚਿਆ ਹੋਵੇ, ਇੰਨਾ ਦੁੱਖ ਪ੍ਰਾਪਤ ਹੋ ਰਿਹਾ ਹੈ। ਮੁਰਝਾਏ ਰਹਿਓ ਕਹਿ ਸੰਗਨ ਕੋ, ਤੇ ਮੁਰਝਾਏ ਰਹੇ, ਜਿਵੇਂ ਕਹਿੰਦੇ ਮੁਰਝਾ ਰਹੇ ਹੁੰਦੇ ਆ ਨਾ ਜਿਹੜੇ ਕੋਈ ਜਿਹਦਾ ਜਹਾਜ਼ ਡੁੱਬ ਜਾਏ ਭਰਿਆ ਸਮਾਨ ਦਾ, ਇਸ ਤਰ੍ਹਾਂ ਕਹਿੰਦੇ ਮੁਰਝਾ ਰਹੇ ਇਹਨਾਂ ਦੇ ਦੋਹਾਂ ਦੇ ਮੁਖੜੇ। ਬਿਗਰੀ ਬਾਹ ਬਾਤ ਨਿਰੰਗਨ ਕੋ, ਤੋ ਇਸ ਤਰ੍ਹਾਂ ਇਹਨਾਂ ਦਾ ਹਾਲ ਕਵੀ ਜੀ ਕਹਿੰਦੇ ਹੋ ਰਹੇ ਹੈ, ਜਿਵੇਂ ਰੰਗ ਰਹਿਤ ਹੋ ਗਏ, ਮੂੰਹ ਤੇ ਕੋਈ ਰੰਗ ਨਹੀਂ ਰਹਿ ਗਿਆ, ਬਦਰੰਗ ਹੋ ਰਹੇ ਹੈ, ਚਿਹਰੇ ਦੀ ਲਾਲੀ ਖਤਮ ਹੋ ਗਈ। ਐਸੀ ਇਹਨਾਂ ਦੀ ਗੱਲਬਾਤ ਸ਼ਗਨ ਵਾਲੀ ਵਿਗੜੀ ਹੈ। ਸ਼ੁਭ ਮੇਲ ਵਿਖੈ ਵੱਡ ਭੰਗ ਭਇਓ, ਕਿਉਂਕਿ ਸੋਚਦੇ ਆ ਵੀ ਬੜਾ ਸੋਹਣਾ ਮੇਲ ਮਿਲਾਪ ਹੋਣਾ ਸੀ, ਦੋਵੇਂ ਘਰ ਤਗੜੇ ਸਨ, ਮਹਾਰਾਜ ਦਾ ਵੀ ਤੇ ਚੰਦੂ ਦਾ ਵੀ, ਪਰ ਪਤਾ ਨਹੀਂ ਕੀ ਇਹੋ ਜਿਹਾ ਕੋਈ ਮੱਥੇ ਲੱਗਿਆ ਵੀ ਸਾਡਾ ਬਣਿਆ ਬੱਤਰਾ ਸਾਰਾ ਕੰਮ ਜਿਹੜਾ ਖਰਾਬ ਹੋ ਗਿਆ, ਰਿਸ਼ਤਾ ਸਿਰੇ ਨਹੀਂ ਚੜ੍ਹਿਆ ਹੈ। ਸਮ ਦੋਏ ਨ ਵਿੱਚ ਬਿਗਾਰ ਕੀਓ, ਵੀ ਦੋਵਾਂ ਦੇ ਵਿੱਚ ਬੜਾ ਭਾਰੀ ਵਿਗਾੜ ਪੈ ਗਿਆ, ਚੰਦੂ ਤੇ ਸਤਿਗੁਰਾਂ ਦੇ ਘਰ ਦੇ ਦਰਮਿਆਨ। ਜਿਮ ਚੰਦ ਕਹਿਓ ਤਿਮ ਸ਼ਰਾਵਣ ਸੁਣਿਓ, ਤੇ ਵਿੱਚ ਇੱਕ ਦੂਜੇ ਨੂੰ ਕਹਿੰਦੇ ਜਾਂਦੇ ਵੀ ਆਪਣਾ ਕੰਮ ਤਾਂ ਬਣ ਹੀ ਗਿਆ ਸੀ, ਚੰਦੂ ਨੇ ਜਿਹੜੀ ਬਕਵਾਸ ਮਾਰੀ ਸੀ ਉਹ ਸਿੱਖਾਂ ਨੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਾਰੀ ਲਿਖ ਕੇ ਸੁਣਾ ਦਿੱਤੀ ਸੀ। ਰਿਸ ਤੇ ਨ ਹੈਲੇ ਕੁਵਾਕ ਭਨਿਓ, ਤੇ ਪਾਤਸ਼ਾਹ ਮਹਾਰਾਜ ਨੇ ਫਿਰ ਗੁੱਸਾ ਕੀਤਾ ਵੀ ਚੰਦੂ ਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਬਹੁਤ ਬੱਕੜਵਾਦ ਕੀਤਾ ਹੈ। ਇਮ ਸੋਚਤ ਬੋਲਤ ਸ਼ੋਕ ਤਰੇ, ਇਸ ਤਰ੍ਹਾਂ ਦੀਆਂ ਗੱਲਾਂ ਜੀਆਂ ਕਰਦੇ ਕਰਦੇ ਵਿਚਾਰੇ ਮਨ ਨੂੰ ਧਰਵਾਸਾ ਦਿੰਦੇ ਐ, ਤੇ ਜਾਂ ਬੜਾ ਦੁਖੀ ਸ਼ੋਕ ਦੇ ਸਹਿਤ ਹੁੰਦੇ ਤੁਰੇ ਜਾ ਰਹੇ ਹਨ। ਪੁਨ ਚੰਦ ਜਹਾਂ ਜਤਹਿ ਪਿਆਨ ਕਰੇ, ਦਿੱਲੀ ਪਹੁੰਚ ਕੇ ਫਿਰ ਸਾਧ ਸੰਗਤ ਜੀ ਚੰਦੂ ਪਾਪੀ ਨੂੰ ਜਾ ਕਰਕੇ ਮਿਲੇ, ਕਿਉਂਕਿ ਹੁਣ ਦੱਸਣਾ ਸੀ ਨਾ ਵੀ ਤੇਰੀ ਧੀ ਦਾ ਰਿਸ਼ਤਾ ਚੰਦੂ ਸਤਿਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀਆਂ ਵਾਪਸ ਕਰ ਦਿੱਤਾ। ਕਿਉਂ ਕੀਤਾ ਉਹ ਸਾਧ ਸੰਗਤ ਜੀ ਪ੍ਰਸੰਗ ਕਵੀ ਜੀ ਅਗਲੇ ਅੰਸ਼ੂ ਵਿੱਚ ਲਿਖਦੇ ਸਾਰਾ ਵੀ ਚੰਦੂ ਦੇ ਪਾਸ ਜਦੋਂ ਇਹ ਗਏ, ਫਿਰ ਉੱਥੇ ਜਾ ਕਰਕੇ ਜਦੋਂ ਫਿਰ ਇਹਨਾਂ ਨੂੰ ਦੱਸਿਆ ਵੀ ਮਹਾਰਾਜ ਨੇ ਰਿਸ਼ਤਾ ਵਾਪਸ ਕਰ ਦਿੱਤਾ ਹੈ, ਚੰਦੂ ਨੇ ਫਿਰ ਕਿਹਾ ਚਿੱਠੀ ਲਿਖ ਕੇ ਮੈਂ ਦੇਣਾ, ਤੇ ਜੇ ਤਾਂ ਪਿਆਰ ਨਾਲ ਮੰਨ ਜਾਣ ਠੀਕ ਹੈ। ਚਿੱਠੀ 'ਚ ਲਿਖ ਦਿੱਤਾ ਵੀ ਜੇ ਨਾ ਤੁਸੀਂ ਮੰਨੇ ਤੇ ਫਿਰ ਤੁਹਾਡੇ ਸਿੱਖਾਂ ਨੇ ਮੈਨੂੰ ਕੁੱਤਾ ਤਾਂ ਕਿਹਾ ਹੀ ਹੈ, ਕੋਈ ਸਿੱਖ ਨੇ ਆਖਿਆ ਸੀ ਨਾ ਮਹਾਰਾਜ ਵੀ ਕੁੱਤਾ ਹੈ, ਪਾਪੀ ਕੂਕਦਾ ਕੁੱਤਾ ਮਰਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕੁੱਤੇ ਪਾਪੀ ਚੰਦੂ ਨੂੰ ਮਰਨ ਦਿਓ, ਹਾਂ ਤੁਸੀਂ ਰਿਸ਼ਤਾ ਛੱਡ ਦਿਓ, ਆਪੇ ਚਬਾਰੇ ਨਾਲ ਮੱਥਾ ਮਾਰ ਮਰ ਜਾਵੇਗਾ। ਤੋ ਪਾਤਸ਼ਾਹ ਮਹਾਰਾਜ ਨੂੰ ਚੰਦੂ ਚਿੱਠੀ 'ਚ ਲਿਖਦਾ ਵੀ ਠੀਕ ਹੈ ਮਹਾਰਾਜ, ਤੁਹਾਡੇ ਸਿੱਖਾਂ ਮੈਨੂੰ ਕੁੱਤਾ ਤਾਂ ਕਹਿ ਹੀ ਦਿੱਤਾ, ਹੁਣ ਮੈਂ ਕੁੱਤਾ ਬਣ ਕੇ ਵਿਖਾਵਾਂਗਾ, ਤੁਹਾਡੇ ਪਿੱਛੇ ਪਵਾਂਗਾ ਜੇ ਮੇਰੀ ਧੀ ਦਾ ਰਿਸ਼ਤਾ ਨਾ ਲਿਆ। ਇਹ ਚੰਦੂ ਨੇ ਚਿੱਠੀ 'ਚ ਲਿਖਿਆ। ਤੋ ਇਹ ਪ੍ਰਸੰਗ ਸਾਧ ਸੰਗਤ ਜੀ ਕੱਲ੍ਹ ਨੂੰ ਆ ਜਾਣਾ। ਤੋ ਕਵੀ ਜੀ ਕਹਿੰਦੇ ਦੋਵੇਂ ਲਾਗੀ
ਚੰਦੂ ਨੂੰ ਜਾ ਕਰਕੇ ਮਿਲੇ ਹਨ। ਜਬ ਸ੍ਰੀ ਗੁਰ ਬੈਠੋ ਦੀਵਾਨ ਕੀਓ। ਇਧਰ ਸਾਧ ਸੰਗਤ ਜੀ ਹੁਣ ਕਵੀ ਕਹਿੰਦੇ ਇਹ ਪ੍ਰਸੰਗ ਫਿਰ ਤੁਹਾਨੂੰ ਸੁਣਾਵਾਂਗੇ ਵੀ ਚੰਦੂ ਨਾਲ ਕੀ ਗੱਲਬਾਤ ਹੋਈ, ਲਾਗੀਆਂ ਦੀ, ਬ੍ਰਾਹਮਣ ਦੀ, ਕਿਵੇਂ ਧੀ ਦੇ ਰਿਸ਼ਤੇ ਦੇ ਜਵਾਬ ਵਾਲੀ ਗੱਲ ਦੱਸੀ, ਕਿਵੇਂ ਉਹਨੇ ਚੰਦੂ ਨੇ ਚਿੱਠੀ ਲਿਖੀ। ਸੁਣੋ ਪਹਿਲਾਂ ਵੀ ਇਹ ਦਿੱਲੀ ਨੂੰ ਗਏ ਚਲੇ, ਤੇ ਜਿਹੜੇ ਇੱਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੈ ਸਾਰੀ ਸੰਗਤ ਦੇ ਵਿੱਚ ਸਜੇ ਦੀਵਾਨ ਵਿੱਚ ਬੈਠੇ ਹਨ। ਤਬ ਆਏ ਨਾਰਾਇਣ ਦਾਸ ਗਇਓ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦਾ ਸਿੱਖ ਜਿਹਨੇ ਆਪਦੀ ਪੁੱਤਰੀ ਦਾ ਰਿਸ਼ਤਾ ਕੀਤਾ ਹਰਗੋਬਿੰਦ ਸਾਹਿਬ ਨੂੰ, ਧੰਨ ਬਾਬਾ ਨਾਰਾਇਣ ਦਾਸ ਜੀ ਡੱਲੇ ਦੇ ਨਿਵਾਸੀ। ਕਵੀ ਜੀ ਕਹਿੰਦੇ ਮਹਾਰਾਜ ਸਭਾ ਸਜਾ ਕੇ ਬੈਠੇ ਤੇ ਬਾਬਾ ਨਾਰਾਇਣ ਦਾਸ ਜੀ ਸਭਾ ਵਿੱਚ ਆਣ ਪਹੁੰਚੇ ਹਨ। ਕਰ ਜੋਰ ਕਹੀ ਬੇਨਤੀ ਗੁਰ ਕੋ। ਗਰੀਬ ਨਵਾਜ ਨੂੰ ਦੋਵੇਂ ਹੱਥ ਜੋੜ ਕੇ ਨਾਰਾਇਣ ਦਾਸ ਜੀ ਨੇ ਬੇਨਤੀ ਕੀਤੀ ਹੈ। ਪ੍ਰਭ ਮੋਰ ਮਨੋਰਥ ਜਾਂ ਉਰ ਕੋ। ਹੇ ਪਾਤਸ਼ਾਹ, ਮਹਾਰਾਜ ਮੇਰਾ ਮਨ ਦਾ ਜਿਹੜਾ ਮਨੋਰਥ ਹੈ ਨਾ, ਕਿਰਪਾ ਕਰਕੇ ਉਹ ਤੁਸੀਂ ਪੂਰਾ ਕਰ ਦਿਓ। ਮੇਰੇ ਮਨ ਦਾ ਫੁਰਨਾ ਜੋ ਹੈ ਦਿਜ ਦੇਵ ਗਲੇ ਹੋ ਬੁਲਾਏ ਇਹਾਂ। ਵੀ ਮਹਾਰਾਜ ਤੁਸੀਂ ਕੋਈ ਸਿਆਣੇ ਜਿਹੜੇ ਗੁਰਮੁਖ ਪਿਆਰੇ ਸਿੱਖ ਹੈ, ਕੋਈ ਬ੍ਰਾਹਮਣ ਹੈ, ਕਿਉਂਕਿ ਉਹਦੇ ਸਾਧ ਸੰਗੀਤ ਤਰੀਕਾਂ ਦਾ ਪਤਾ ਜ਼ਿਆਦਾ ਬ੍ਰਾਹਮਣਾਂ ਨੂੰ ਹੁੰਦਾ ਸੀ। ਆਮ ਸਿੱਖ ਹਿਸਾਬ ਕਿਤਾਬ ਘੱਟ ਲਾਇਆ ਰੱਖਦੇ ਸਨ। ਤੋ ਪਾਤਸ਼ਾਹ ਮਹਾਰਾਜ ਤੁਸੀਂ ਕੋਈ ਬ੍ਰਾਹਮਣ, ਕੋਈ ਜਿਹੜਾ ਤਰੀਕ ਵੇਖਣ ਵਾਲਾ, ਬੰਨਣ ਵਾਲਾ, ਕਿਰਪਾ ਕਰਕੇ ਉਹਨੂੰ ਆਪਦੇ ਪਾਸ ਸੱਦਣਾ ਕਰੋ, ਬੁਲਾਉਣਾ ਕਰੋ। ਜਿਨ ਵਿਆਹ ਵਿਚਾਰ ਹੈ ਬੈਠ ਮਹਾ। ਤੇ ਕੋਈ ਵਿਆਹ ਦੀ ਤਰੀਕ ਬੰਨ ਲਈਏ ਆਪਾਂ। ਹਰਗੋਬਿੰਦ ਸਾਹਿਬ ਮਹਾਰਾਜ ਨੂੰ ਅਸੀਂ ਆਪਣੀ ਪੁੱਤਰੀ ਦਾ ਰਿਸ਼ਤਾ ਤਾਂ ਹੋ ਗਿਆ ਤੇ ਹੁਣ ਕਿਰਪਾ ਕਰਕੇ ਇਹਨਾਂ ਦਾ ਵਿਆਹ ਹੋ ਜਾਵੇ। ਕਿਰਪਾ ਕਰੋ ਗਰੀਬ ਨਵਾਜ, ਕੋਈ ਤਰੀਕ ਵੇਖਣ ਵਾਸਤੇ ਕੋਈ ਸਿਆਣਾ ਸਿੱਖ ਗੁਰਮੁਖ ਸੱਦ ਲਈਏ ਜੀ। ਬਿਨ ਦੋਸਣ ਦਿਓ ਸੁਭਤਾਏ ਜਬੈ। ਵੀ ਤਾਂ ਕਿ ਉਹ ਸਿੱਖ ਆ ਕਰਕੇ ਜਾਂ ਕੋਈ ਬ੍ਰਾਹਮਣ ਆਪਾਂ ਨੂੰ ਦਿਨ ਵਾਰ ਬੰਨ ਕੇ ਦੱਸ ਦੇਵੇਗਾ ਵੀ ਰਲ ਮਿਲ ਕਰਕੇ ਕੋਈ ਟਿਕਾ ਕੇ ਆਪਾਂ ਦੋਵਾਂ ਘਰਾਂ ਦੀ ਸਹਿਮਤੀ ਨਾਲ ਤਰੀਕ ਬੰਨ ਲਈਏ ਜੀ। ਹਰ ਗੋਬਿੰਦ ਵਿਆਹ ਉਮਾਹਤ ਬੈ। ਤਾਂ ਕਿ ਹਰਗੋਬਿੰਦ ਸਾਹਿਬ ਮਹਾਰਾਜ ਦਾ ਵਿਵਾਹ ਜਿਹੜਾ ਬੜੇ ਉਤਸ਼ਾਹ ਤੇ ਚਾਅ ਧੂਮ ਧਾਮ ਨਾਲ ਹੋ ਸਕੇ ਜੀ। ਲਿਹੋ ਆਪ ਪ੍ਰਭੂ ਨਹਿ ਦੇਰ ਕਰੋ। ਹਾਂ ਕਿਰਪਾ ਕਰੋ ਮਹਾਰਾਜ, ਹੁਣ ਸਾਡੀ ਪੁੱਤਰੀ ਦਮੋਦਰੀ ਦਾ ਰਿਸ਼ਤਾ ਪ੍ਰਵਾਨ ਕੀਤਾ, ਹੁਣ ਕਿਰਪਾ ਕਰਕੇ ਮਹਾਰਾਜ ਹਰਗੋਬਿੰਦ ਸਾਹਿਬ ਮਹਾਰਾਜ ਤੇ ਇਹਨਾਂ ਦਾ ਵਿਵਾਹ ਵੀ ਕੀਤਾ ਜਾਵੇ। ਕਿਰਪਾ ਕਰੋ ਮਹਾਰਾਜ, ਸਾਡੀ ਸੇਵਾ ਪ੍ਰਵਾਨ ਕਰੋ, ਹੁਣ ਦੇਰੀ ਨਾ ਕੀਤੀ ਜਾਵੇ ਜੀ। ਗਨ ਜੇ ਵਸਤੂ ਮੰਗਵਾਏ ਤਰੋ। ਤੋ ਮਹਾਰਾਜ ਜਿਹੜੀਆਂ ਕੋਈ ਵਸਤੂਆਂ ਚਾਹੀਦੀਆਂ ਵਿਵਾਹ ਵਾਸਤੇ ਉਹ ਸਾਰੀਆਂ ਮੰਗਵਾ ਰੱਖੋ ਜੀ। ਉਤ ਮੈਂ ਸੁਨ ਕੈ ਘਰ ਜਾਏ ਅਬੈ। ਤੇ ਕਿਰਪਾ ਕਰੋ ਮਹਾਰਾਜ ਵੀ ਤਰੀਕ ਬੰਨ ਦਿਓ, ਮੈਨੂੰ ਦੱਸ ਦਿਓ ਵੀ ਕਦੋਂ ਦਾ ਵਿਆਹ ਕਰਨਾ, ਫਿਰ ਤਾਂ ਕਿ ਮੈਂ ਵੀ ਧੀ ਦਾ ਪਿਤਾ ਬੇਫਿਕਰ ਹੋ ਜਾਵਾਂ। ਆਪਣੇ ਘਰ ਨੂੰ ਪਹੁੰਚ ਕਰਕੇ ਪਿੰਡ ਡੱਲੇ ਜਾ ਕਰਕੇ ਇਕੱਠੀ ਗਨ ਸਾਜ ਕਰਾਏ ਸਬੈ। ਬਰਾਤ ਦੀ ਸੇਵਾ ਵਾਸਤੇ ਪਾਤਸ਼ਾਹ ਮੈਂ ਵੀ ਕੁਛ ਸਾਜੋ ਸਮਾਨ ਰਸਤ ਪਾਣੀ ਇਕੱਠਾ ਕਰ ਲਵਾਂਗਾ। ਸੁਨ ਪਾਸ ਨਾਰਾਇਣ ਦਾਸਹਿ ਤੇ। ਤੋ ਭਾਈ ਨਾਰਾਇਣ ਦਾਸ ਦੇ ਮੁਖ ਤੋਂ ਜਦੋਂ ਸਤਿਗੁਰਾਂ ਨੇ ਸੁਣਿਆ ਹੈ, ਸਿੱਖ ਸੰਗਤ ਮੋਦ ਪ੍ਰਕਾਸ਼ਹਿ ਤੇ। ਸਾਰੀ ਸੰਗਤ ਬੜਾ ਖੁਸ਼ ਹੋ ਰਹੀ ਹੈ ਵੀ ਹੁਣ ਹਰਗੋਬਿੰਦ ਸਾਹਿਬ ਦਾ ਵਿਆਹ ਵੀ ਵੇਖਾਂਗੇ। ਸਾਰੀ ਸੰਗਤ ਦੇ ਹਿਰਦੇ ਵਿੱਚ ਬੜਾ ਆਨੰਦ ਖੇੜਾ ਹੈ। ਤਬ ਸ੍ਰੀ ਗੁਰ ਵਿਪਰ ਬੁਲਾਏ ਲਿਓ। ਤੋ ਇਹਦੀ ਬੇਨਤੀ ਪ੍ਰਵਾਨ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇੱਕ ਬ੍ਰਾਹਮਣ ਸੱਦਿਆ ਹੈ। ਨਿਜ ਪਾਸ ਬਿਠਾਏ ਸੋ ਮਨ ਕੀਓ। ਇਹਦਾ ਚੰਗਾ ਮਾਣ ਤਾਣ ਕੀਤਾ ਪਾਤਸ਼ਾਹ ਨੇ ਕੋਲ ਬਿਠਾ ਕਰਕੇ। ਭਰ ਅਛਤ ਥਾਰ ਤਰਿਓ ਧਨ ਕੋ। ਤੋ ਗਰੀਬ ਨਵਾਜ ਮਹਾਰਾਜ ਨੇ ਥਾਲ ਦਾ ਜਿਹੜਾ ਧਨ ਦਾ ਥਾਲ ਭਰ ਕੇ ਬ੍ਰਾਹਮਣ ਨੂੰ ਦੇ ਦਿੱਤਾ ਦਕਸ਼ਣਾ ਵਜੋਂ। ਕਹਿ ਸੋਦਾ ਹੋ ਵਿਆਹਨ ਕੇ ਦਿਨ ਕੋ। ਤੋ ਮਹਾਰਾਜ ਕਹਿੰਦੇ ਕੋਈ ਵੇਖੋ ਭਾਈ ਸਮਾਂ, ਬ੍ਰਾਹਮਣ ਜੀ ਜਦੋਂ ਅਸੀਂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵਿਵਾਹ ਕਰੀਏ ਸਾਨੂੰ ਜਿਹੜੇ ਵੈ ਕੋਈ ਸੁੰਦਰ ਰੁੱਤ ਦੱਸੋ। ਤੋ ਆਪ ਜੀ ਸਾਡੇ ਸਹਿਮਤੀ ਦੇ ਨਾਲ ਰਲ ਮਿਲ ਕਰਕੇ ਆਪਾਂ ਹਰਗੋਬਿੰਦ ਸਾਹਿਬ ਦੇ ਵਿਆਹ ਦੀ ਤਰੀਕ ਬੰਨ ਲਈਏ। ਤੋ ਇਸ ਤਰ੍ਹਾਂ ਮਹਾਰਾਜ ਨੇ ਹੁਕਮ ਕੀਤਾ ਬ੍ਰਾਹਮਣ ਨੂੰ। ਹਿਮ ਚਾਹੇ ਨਾਰਾਇਣ ਦਾਸ ਤਰੈ। ਕਿਉਂਕਿ ਨਾਰਾਇਣ ਦਾਸ ਦੀ ਇਹੀ ਇੱਛਾ ਹੈ, ਤੋ ਇਸ ਕਰਕੇ ਤੁਸੀਂ ਕਰੋ ਤਰੀਕ ਦਾ ਕੋਈ, ਕਿਉਂਕਿ ਪੱਤਰੀਆਂ ਜਿਹੜੀਆਂ ਹੁਣ ਤਾਂ ਡੈਰੀਆਂ ਨੇ, ਉਦੋਂ ਡੈਰੀ ਡੂਰੀ ਕੋਈ ਹੈ ਨਹੀਂ ਸੀ ਤੇ ਤਰੀਕਾਂ ਦਾ ਸਾਰਾ ਵੇਰਵਾ ਬ੍ਰਾਹਮਣ ਰੱਖਦੇ ਸੀ, ਕਿੰਨੀ ਸੁਦੀ ਹੈ, ਕਿੰਨੀ ਵਧੀ ਹੈ, ਕਿਹੜਾ ਮਹੀਨਾ ਚੱਲਦਾ। ਤੋ ਇਸ ਤਰ੍ਹਾਂ ਮਹਾਰਾਜ ਨੇ ਕਹਿ ਦਿੱਤਾ ਹੈ, ਸੁਧ ਦਿਓ ਸੋ ਬਤਾਵਾ ਜਾਨ ਪਰੈ। ਵੀ ਸਾਨੂੰ ਦੱਸ ਦਿਓ ਵਿਚਾਰ ਕੇ
ਤੇ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਇਸ ਤਰੀਕ ਦਾ ਵਿਆਹ, ਵੀ ਹੁਣ ਕਿਹੜੇ ਦਿਨ ਵਾਰ ਚੱਲ ਰਹੇ ਆ ਤੇ ਕਦੋਂ ਦਾ ਵਿਵਾਹ ਬੰਨ ਲਈਏ ਆਪਾਂ। ਬਿਨ ਦੋਸ਼ ਬਨੈ ਆਸੁਨੀਕ ਹਾਂ, ਵੀ ਅਹੈ। ਸੋਹਣਾ ਸੰਬੰਧ ਬਣ ਜਾਵੇ, ਸੋਹਣਾ ਜਿਹੜਾ ਵਾ ਆਨੰਦ ਕਾਰਜ ਹੋ ਜਾਵੇਗਾ, ਇਹੋ ਜੀ ਤਰੀਕ ਬਣ ਜਾਵੇ, ਦਿਨ ਬਣ ਜਾਵੇ ਤਾਂ। ਦੋਹ ਪਾਸਣ ਤੇਰਾ ਸੁਰੀਤ ਲਹਿ ਤੇ ਦੋਵਾਂ ਰਹੈ। ਪਾਸਿਆਂ ਤੋਂ ਆਨੰਦ ਸਹਿਤ ਰੀਤ ਮਰਿਆਦਾ ਪੂਰੀ ਹੋ ਜਾਵੇਗੀ, ਤੋ ਆਨੰਦ ਕਾਰਜ ਦਾ ਸੁੰਦਰ ਰਸਮ ਨਿਭ ਜਾਵੇਗੀ। ਸੁਣ ਵਿਪਰ ਲਿਓ ਪਤਰਾ ਕਰ ਮੈਂ। ਸੁਣ ਕੇ ਸਾਧ ਸੰਗਤ ਜੀ, ਬ੍ਰਾਹਮਣ ਨੇ ਹੁਣ ਉਦੋਂ ਡੈਰੀਆਂ ਨਹੀਂ ਸਨ ਤੇ ਪੱਤਰੀਆਂ ਹੁੰਦੀਆਂ ਸਨ, ਜਿਹਦੇ ਤੇ ਤਰੀਕ ਵਾਰ ਲਿਖੀ ਸੀ ਇਹਨਾਂ ਬਣਾ ਕੇ। ਤੋ ਉਹ ਆਪਣੇ ਜਿਹੜੀ ਵੇ ਖੀਸੇ ਵਿੱਚੋਂ ਬ੍ਰਾਹਮਣ ਨੇ ਪੱਤਰੀ ਕੱਢ ਕੇ ਹੱਥ ਵਿੱਚ ਪਕੜ ਲਈ ਹੈ। ਦਿਨ ਦੇਖ ਵਿਚਾਰਤ ਭਾਉਰ ਮੈਂ। ਤੇ ਤਰੀਕਾਂ ਸਾਰੀਆਂ ਬ੍ਰਾਹਮਣ ਦੱਸ ਰਿਹਾ ਹੈ, ਤੋ ਵਦੀ ਸੁਦੀ ਪੱਖ ਸਾਰੇ ਦੱਸ ਰਿਹਾ ਹੈ ਵਿਚਾਰ ਕਰ ਕਰਕੇ। ਗੁਰ ਸੰਗ ਭਣਿਓ ਜੁਗ ਮਾਸ ਬੀਤੇ। ਤੇ ਫਿਰ ਮਹਾਰਾਜ ਨੂੰ ਬ੍ਰਾਹਮਣ ਕਹਿਣ ਲੱਗਾ, ਪਾਤਸ਼ਾਹ ਵੀ ਹੁਣ ਜਿਵੇਂ ਗਰਮੀ ਜੀ ਦੇ ਦਿਨ ਹੈ, ਕਿਉਂਕਿ ਉਦੋਂ ਮੱਘਰ ਤੋਂ ਵੀ ਪਿਛਲਾ ਪੱਖ ਸੀਗਾ, ਜਿਵੇਂ ਕੋ ਅੱਸੂ ਕੱਤੇ ਜੇ ਹੁੰਦਾ। ਤੋ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ, ਜੇ ਬੇਨਤੀ ਮੰਨੋ ਤਾਂ ਮਹਾਰਾਜ ਵੀ ਜਿਵੇਂ ਅੱਜ ਤੋਂ 2 ਕੁ ਮਹੀਨੇ ਬਾਅਦ ਹੋਏ ਮਾਘ ਸੁਦੀ ਦਸਮੀ ਸੋਹਿਤੇ। ਵੀ ਨਾਲੇ ਇਹ ਤੁਹਾਡੇ ਰਿਸ਼ਤੇਦਾਰ ਜਿਹੜੇ ਆ ਨਰੈਣ ਦਾਸ ਵਰਗੇ ਧੀ ਵਾਲੇ ਵੀ ਤਿਆਰਾ ਕਰ ਲੈਣਗੇ ਆਪਦਾ ਬਰਾਤ ਦੀ ਸੇਵਾ ਦਾ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ, ਅੱਜ ਤੋਂ 2 ਕੁ ਮਹੀਨੇ ਬਾਅਦ ਜੇ ਆਪਾਂ ਜਿਵੇਂ ਮਾਘ ਦੇ ਮਹੀਨੇ ਦੀ ਸੁਦੀ ਪੱਖ ਦਸਵੀਂ ਹੁੰਦੀ ਹੈ, ਤੋ ਜੇ ਆਪਾਂ ਇਸ ਦਿਨ ਇਹਨਾਂ ਦਾ ਵਿਵਾਹ ਬੰਨ ਦਈਏ ਤਾਂ ਸੁਧ ਦਿਵਸ ਹੈ ਤਬ ਵਿਆਹ ਕਰੋ। ਮਹਾਰਾਜ ਜੀ ਇਹ ਦਿਨ ਮੈਂ ਕਹਿੰਦਾ ਵੀ ਆਪ ਜੀ ਦਇਆ ਕਰੋ, ਵੀ ਇਹ ਦਿਨ ਵਿਹਲੇ ਵੈ, ਹਾੜੀ ਸੌਣੀ ਫਸਲ ਜਿਹੜੀ ਉਹ ਸਾਂਭੀ ਬੀਜੀ ਜਾਂਦੀ ਹੈ, ਕਿਰਪਾ ਕਰ ਲਓ। ਤੇ ਆਪਾਂ ਮਾਘ ਮਹੀਨੇ ਦੀ, ਕਿਉਂਕਿ ਜਿਹੜੀ ਸੁਦੀ ਦਸਵੀਂ ਅਗਾਂਹ ਸਾਧ ਸੰਗੀ ਜਿਹੜੀ ਵਾ ਫੱਗਣ ਦੇ ਲਾਗੇ ਚਲੀ ਜਾਂਦੀ ਹੈ ਮਗਰਲੇ ਪੱਖ, ਤੋ ਆਪਾਂ ਕਿਰਪਾ ਕਰਕੇ ਇਸ ਤਰੀਕ ਦਾ ਜੇ ਵਿਵਾਹ ਬੰਨ ਲਈਏ ਤਾਂ। ਰੁੱਤ ਸੁੰਦਰ ਹੈ ਨਿਸਚੈ ਸੁਧਰੋ। ਮਹਾਰਾਜ ਵੇਖਿਆ ਵੀ ਰੁੱਤ ਵੀ ਬੜੀ ਸੁੰਦਰ ਹੁੰਦੀ, ਵੀ ਨਾ ਠੰਡ ਹੈ ਨਾ ਗਰਮੀ ਹੈ, ਬਹਾਰ ਦੀ ਰੁੱਤ ਆ ਜਾਂਦੀ ਹੈ, ਸੋਹਣੇ ਦਿਨ ਲੱਗਦੇ ਹੈ ਪੂਰੇ ਖੁੱਲ੍ਹ ਕੇ, ਕਿਉਂਕਿ ਪੋਹ ਮਾਘ ਦੇ ਦਿਨ ਛੋਟੇ ਹੁੰਦੇ ਹੈ ਤੇ ਮਹਾਰਾਜ ਜੀ ਸੰਗਤ ਬਹੁਤ ਹੋ ਜਾਣੀ ਹੈ ਤੇ ਔਖਾ ਹੋਵੇਗਾ। ਇਸ ਲਈ ਜੇ ਆਪਾਂ ਅਗਲੇ ਖੁੱਲ੍ਹੇ ਜਿਹੇ ਦਿਨਾਂ ਵਿੱਚ, ਜਿਵੇਂ ਕੋਈ ਮਾਘ ਦਾ ਮਗਰਲਾ ਪੱਖ ਹੈ, ਜਦੋਂ ਬਸੰਤ ਰੁੱਤ ਆਰੰਭ ਹੋ ਜਾਣੀ ਹੈ, ਖੁੱਲ੍ਹੇ ਧੁੱਪਾਂ ਲੱਗ ਜਾਣਗੀਆਂ, ਪਾਤਸ਼ਾਹ ਇਹਨਾਂ ਦਿਨਾਂ ਦਾ ਆਪਾਂ ਵਿਵਾਹ ਬੰਨ ਲਈਏ ਤਾਂ। ਦੋਹਰਾ ਇਮ ਸਾਹਾ ਸੁਧਵਾਏ ਕਰ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤਰੀਕ ਜੀ ਜਦੋਂ ਬ੍ਰਾਹਮਣ ਨੇ ਦੱਸ ਦਿੱਤੀ ਵੀ ਮਹਾਰਾਜ ਆਹ ਦਿਨ ਠੀਕ ਨਾ ਰਹਿਣਗੇ, ਤੋ ਸੱਚੇ ਪਾਤਸ਼ਾਹ ਤੇ ਭਾਈ ਨਰੈਣ ਦਾਸ ਜੀਆਂ ਨੇ ਵੀ ਸਹਿਮਤੀ ਜਤਾਈ ਹੈ ਵੀ ਬਿਲਕੁਲ ਵੀ ਚਲੋ ਸਿੱਖ ਵੀ ਵਿਹਲੇ ਹੋ ਜਾਣਗੇ ਕੰਮਾਂ ਕਾਰਾਂ ਤੋਂ। ਸੁਣ ਕਰਕੇ ਬ੍ਰਾਹਮਣ ਤੋਂ ਪੋਹ ਸੁਦੀ ਵਾਹਿਗੁਰੂ ਮਾਘ ਸੁਦੀ ਦਸਵੀਂ ਦਾ ਦਿਨ ਜਿਹੜਾ ਬੰਨਿਆ ਹੈ। ਸੁਣਿਓ ਨਰਾਇਣ ਦਾਸ। ਤੇ ਭਾਈ ਨਰੈਣ ਦਾਸ ਜੀ ਨੇ ਵੀ ਸੁਣ ਲਿਆ। ਮਹਾਰਾਜ ਕਹਿੰਦੇ ਭਾਈ ਨਰੈਣ ਦਾਸ ਸੁਣ ਲਓ ਫਿਰ ਵੀ ਇਹੀ ਦਿਨ ਠੀਕ ਰਹਿਣਗੇ, ਵੀ ਆਪਾਂ ਮਾਘ ਦੇ ਮਹੀਨੇ ਦਾ ਵਿਆਹ ਰੱਖ ਦਈਏ ਤਾਂ। ਕਰ ਨਿਸਚੈ ਹਰਖਤ ਭਇਓ। ਬੜਾ ਖੁਸ਼ ਹੋਇਆ ਭਾਈ ਨਰੈਣ ਦਾਸ, ਗਰੀਬ ਨਵਾਜ ਮਹਾਰਾਜ ਦੇ ਚਰਨੀ ਮੱਥਾ ਟੇਕਦਾ ਤੇ ਨਿਸ਼ਚਾ ਕੀਤਾ ਵੀ ਠੀਕ ਹੈ ਪਾਤਸ਼ਾਹ, ਜਿਵੇਂ ਆਪ ਜੀ ਦਾ ਹੁਕਮ ਹੋਵੇ। ਖਰੇ ਕਰੀ ਅਰਦਾਸ। ਹੱਥ ਜੋੜ ਕੇ ਖਲੇ ਹੋ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਟੋਟਕ ਛੰਦ ਦੇਹੋ ਆਏ ਸੋ ਜਾਓ ਆਵਾਸ ਆਬੈ। ਵੀ ਪਾਤਸ਼ਾਹ ਹੁਣ ਆਗਿਆ ਦਿਓ ਮਹਾਰਾਜ ਵੀ ਮੈਂ ਵੀ ਆਪਦੇ ਘਰ ਨੂੰ ਡੱਲੇ ਪਿੰਡ ਮੁੜ ਜਾਵਾਂ ਜੀ। ਗਨ ਸੌਜਨ ਤਿਆਰ ਕਰਾਉ ਸਬੈ। ਵੀ ਮਹਾਰਾਜ ਮੈਂ ਜਾ ਕੇ ਸਮਾਨ ਫਿਰ ਕਰਾਂ ਇਕੱਠਾ ਬਰਾਤ ਦੀ ਸੇਵਾ ਵਾਸਤੇ ਜੀ। ਕਰ ਬੰਧਨ ਕੋ ਤਤ ਕਾਲ ਗਇਓ। ਤੋ ਸਾਧ ਸੰਗਤ ਜੀ ਪਾਤਸ਼ਾਹ ਨੂੰ ਮੱਥਾ ਟੇਕ ਕੇ ਭਾਈ ਨਰੈਣ ਦਾਸ ਜੀ ਆਪਣੇ ਪਿੰਡ ਸੁਲਤਾਨਪੁਰ ਸਾਹਿਬ ਦੇ ਲਾਗੇ ਡੱਲੇ ਪਹੁੰਚ ਗਏ ਹਨ। ਆਪਣੇ ਘਰ ਪ੍ਰਾਪਤ ਹੋਤ ਪਇਓ। ਤੇ ਆਪਦੇ ਘਰ ਵਿੱਚ ਜਾ ਕਰਕੇ ਭਾਈ ਨਰੈਣ ਦਾਸ ਜੀ ਤੋਂ ਵਿਆਹ ਦੇ ਆਪਣੀ ਪੁੱਤਰੀ ਦੇ ਵਿਆਹ ਵਾਸਤੇ ਜਿਹੜਾ ਸਾਜੋ ਸਮਾਨ ਇਕੱਠਾ ਕਰ ਰਹੇ ਹੈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਸਾਹਾ ਗਣੇ ਨ ਕਰੈ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਹਰਗੋਬਿੰਦ ਸਾਹਿਬ ਦਾ ਜਦੋਂ ਵਿਵਾਹ ਬੰਨਿਆ ਤੇ ਬ੍ਰਾਹਮਣ ਸੱਦਿਆ ਸਿਰਫ ਇਸ ਕਰਕੇ ਹੈ ਵੀ ਕਿਉਂਕਿ ਉਦੋਂ ਡੈਰੀਆਂ ਆਦਿਕ ਹੈ ਨਹੀਂ ਸਨ ਤੇ ਤਰੀਕਾਂ ਦਾ ਵੇਰਵਾ ਇਹਨਾਂ ਕੋਲ ਹੀ ਹੁੰਦਾ ਸੀ। ਤੇ ਉਹ ਇਹ ਨਹੀਂ ਹੈ ਵੀ ਹੁਣ ਜਿਵੇਂ ਕਈ ਬੰਨ੍ਹਦੇ ਆ ਵਿਆਹ ਗੰਢ ਮੂਲ ਵੇਖੋ ਜੀ, ਤੇ ਕੋਈ ਪੈਂਚਕਾਂ ਵੇਖਦੇ ਆ। ਇਹੋ ਜਿਹੇ ਵਹਿਮ ਭਰਮ ਦੇ ਵਿੱਚ ਮਹਾਰਾਜ ਨੇ ਆਖਿਆ ਹੀ ਆ ਵੀ ਸਾਹਾ ਗਣੇ ਨਾ ਕਰੈ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਤਾਂ ਹੀ ਜਦੋਂ ਅਸੀਂ ਕਾਰਡ ਕੂੜ ਵਗੈਰਾ ਛਪਾਉਣੇ ਆ ਨਾ ਕੋਈ,
ਉੱਤੇ ਇੱਕ ਓਅੰਕਾਰ ਲਿਖੇ ਦਾ ਅਰਥ ਇਹੀ ਹੁੰਦਾ ਵੀ ਸਾਹਾ ਗਣੇ ਨਾ ਕਰੇ ਵਿਚਾਰ, ਵੀ ਕੋਈ ਸਾਹਾ ਨਹੀਂ ਗਿਣਨਾ, ਕੋਈ ਗੰਡ ਮੂਲ ਕੀ ਹੈ, ਮੰਗਲੀਕ ਹੈ ਕੋਈ, ਤੇ ਇਸ ਤਰ੍ਹਾਂ। ਤੇ ਪਾਤਸ਼ਾਹ ਮਹਾਰਾਜ ਦਾ ਇੱਕ ਓਅੰਕਾਰ, ਸਾਹੇ ਉੱਪਰ ਇੱਕ ਓਅੰਕਾਰ, ਉਹ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸਾਧ ਸੰਗੀ ਸਾਰਿਆਂ ਸਾਹਿਆਂ ਤੋਂ ਉੱਤੇ ਹੈ। ਇਸ ਕਰਕੇ ਵਿਚਾਰ ਨਹੀਂ ਕਰਨੀ। ਕੋਈ ਜੰਮਦਾ ਹੈ, ਕੋਈ ਚੜ੍ਹਾਈ ਕਰਦਾ ਹੈ, ਕੋਈ ਵਿਵਾਹ ਹੁੰਦਾ ਹੈ, ਤੋ ਬਸ ਇਹ ਹੈ ਵੀ ਕੜਾਹ ਪ੍ਰਸ਼ਾਦੀ ਦੇਗ ਬਣ ਕੇ ਅਰਦਾਸ ਹੋ ਜਾਵੇ, ਫਿਰ ਤਾਂ ਕੋਈ ਵਿਘਨ ਨਹੀਂ ਲੱਗਦਾ। ਤੋ ਤਾ ਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ, ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਅਤੇ ਜੇ ਕੋਈ ਐਵੇਂ ਵਹਿਮ ਭਰਮ ਵਿੱਚ ਪੈ ਜਾਂਦਾ ਹੈ ਵੀ ਪੈਂਚਕਾਂ ਵੇਖੋ ਜੀ ਗੰਡ ਮੂਲ ਕਿੱਥੇ ਹੈ, ਤੋ ਇਸ ਤਰ੍ਹਾਂ ਜਿਹੜਾ ਨਾ ਉਹ ਸਾਧ ਸੰਗੀ 2.5 ਦਿਨ ਪੈਂਚਕਾਂ, 2.5 ਦਿਨ ਇਸ ਤਰ੍ਹਾਂ ਇਹ ਗੰਡ ਮੂਲ ਜੇ ਰਹਿੰਦੇ ਆ, ਮਗਰ 2 ਦਿਨ ਜਿਹੜੇ ਰਹਿ ਗਏ ਉਹ ਮੰਗਲੀਕ ਹੋ ਜਾਂਦੇ ਆ। ਤੋ ਫਿਰ ਤਾਂ ਇਹ ਬ੍ਰਾਹਮਣਾਂ ਨੇ ਖਾਣ ਬਣਾਇਆ ਵੀ ਜੇ ਕੋਈ ਆ ਗੰਡ ਮੂਲ ਹੈ ਉਹਦਾ ਇਲਾਜ ਕਰਨਾ ਕੀ ਹੈ ਜੀ, 100 ਰੁੱਖਾਂ ਦੇ ਵੱਖੋ ਵੱਖਰਿਆਂ ਦੇ ਪੱਤੇ ਲਿਆਓ, 100 ਥਾਵਾਂ ਦਾ ਪਾਣੀ ਲਿਆਓ, ਅਤੇ 1100 ਰੁਪਈਆ ਦਿਓ, ਅਤੇ ਫਿਰ ਚੰਗਾ ਭਲਾ ਹੋ ਜਾਂਦਾ ਸਾਰਾ ਕੁਝ। ਤੋ ਇਸ ਤਰ੍ਹਾਂ ਕੋਈ ਜਿਹੜੇ ਗਿਣਨੇ ਆ ਇੱਥੇ, ਪਹਿਲਾਂ ਤਾਂ ਜਦੋਂ ਮੈਂ ਨਵਾਂ ਆਇਆ ਉਦੋਂ ਆਉਂਦੇ ਰਹੇ ਵੀ ਸਾਨੂੰ ਜੀ ਵਿਆਹ ਦਾ ਸਾਹਾ ਬੰਨਣਾ ਤਾਂ ਕੋਈ ਵੇਖੋ ਗੰਡ ਮੂਲ ਕਿੱਥੇ ਹੈ, ਅਤੇ ਆਪਾਂ ਨੂੰ ਤਾਂ ਕੋਈ ਸਿਖਾਇਆ ਨਹੀਂ ਮਹਾਂਪੁਰਖਾਂ ਨੇ, ਗੁਰਬਾਣੀ ਪੜ੍ਹਨ ਸੁਣਨ ਤੋਂ ਬਿਨਾਂ ਕੁਝ ਹੋਰ। ਤੋ ਜਵਾਬ ਦੇ ਦੇਣਾ ਕਰਨਾ, ਉਹ ਫਿਰ ਕਈਆਂ ਨੂੰ ਭੁਲੇਖਾ ਸੀ ਵੀ ਖਰੇ ਨੂੰ ਆਉਂਦਾ ਕੁਛ ਨਹੀਂ ਗਾ, ਕਿਉਂਕਿ ਜੇ ਕੋਈ ਲਾਚੀਆਂ ਕਰ ਦਿੰਦਾ, ਕੋਈ ਧਾਗਾ ਤਵੀਤ ਕਰ ਦੇਵੇ, ਕੋਈ ਵਹਿਮ ਭਰਮ ਵਿੱਚ ਪਾ ਦੇਵੇ, ਕੋਈ ਪੁੱਛਾਂ ਕੱਢ ਦੇਵੇ, ਉਹ ਸਿਆਣਾ ਹੈ। ਉਹ ਕਹਿੰਦੇ ਆ ਨਾ ਵੀ ਸਿਆਣੇ ਕੋਲ ਚੱਲੇ ਆ ਜੀ, ਉਹਨੂੰ ਸਿਆਣਾ ਗਿਣਦੇ ਸੰਸਾਰ ਦੇ ਅੰਦਰ, ਜਿਹੜਾ ਕੋਈ ਇਸ ਤਰ੍ਹਾਂ ਕਰਾ ਲੈਂਦਾ। ਅਤੇ ਉਹ ਮਾਇਆ ਵੀ ਫਿਰ ਜਿੰਨੀ ਮੂੰਹ ਮੰਗਦੇ ਆ 1100 ਰੁਪਈਆ ਉਹਨਾਂ ਨੂੰ ਦੇਈ ਜਾਂਦੇ ਆ ਵੀ ਇੱਥੇ ਐਸਾ ਵੀ ਮਹਾਰਾਜ ਦੇ ਘਰ ਨੂੰ ਦੇਣਾ ਔਖਾ ਹੈ। ਜਿਹੜੇ ਆ ਕੋਈ ਲਾਜ ਲੂਜ ਜੇ ਕੋ ਉਪਾਅ ਕਰਾ ਲਓ ਜੀ, ਉਹ ਦੇਣੇ ਵੀ ਸੌਖੇ ਲੱਗਦੇ ਆ। ਐਸੀ ਹਾਲਤ ਜਿਹੜੀ ਉਹ ਸੰਸਾਰ ਦੀ ਹੈ। ਜਿਵੇਂ ਉਹ ਕਹਿੰਦੇ ਵੀ ਕੋਈ ਲੜਕੀ ਸੀ, ਉਹਦਾ ਵਿਵਾਹ ਰੱਖਿਆ, ਵਾਹਿਗੁਰੂ ਬ੍ਰਾਹਮਣ ਸੀ, ਅਤੇ ਉਹਦੇ ਘਰ ਵਿੱਚ ਪੁੱਤਰੀ ਪੈਦਾ ਹੋਈ, ਅਤੇ ਜਦੋਂ ਜਵਾਨ ਹੋਈ ਅਤੇ ਉਹ ਬਾਹਮਣੀ ਆਖੇ ਵੀ ਪੰਡਤ ਜੀ ਇਹਦਾ ਵਿਆਹ ਕਰਨਾ, ਅਤੇ ਕੋਈ ਕਰੋ ਹੱਲ, ਵੀ ਬਿਸਤਰੇ ਆਦਿਕ ਵੀ ਭਰਾਉਣੇ ਆ, ਦਾਜ ਜੋੜੀਏ ਧੀ ਦਾ। ਬ੍ਰਾਹਮਣ ਕਹਿੰਦਾ ਵੀ ਇਹ ਤਾਂ ਆਪਣੇ ਖੱਬੇ ਹੱਥ ਦਾ ਖੇੜਾ, ਵੀ ਜਦੋਂ ਮਰਜ਼ੀ ਆਪਾਂ, ਵੀ ਲੋਕ ਬਥੇਰੇ ਮੂਰਖ ਤੁਰੇ ਫਿਰਦੇ ਆ। ਕਹਿੰਦੀ ਜੀ ਫਿਰ ਐਂ ਕਰੋ ਬਿਸਤਰੇ ਭਰਾਈਏ ਧੀ ਦੇ ਵਿਆਹ ਵਾਸਤੇ, ਰੂੰ ਦਾ ਕਰੋ ਪ੍ਰਬੰਧ। ਕਹਿੰਦਾ ਅੱਜ ਹੀ ਕਰ ਦਿੰਦੇ ਹਾਂ। ਉਹ ਕਿਸੇ ਨੇ ਸੱਦਿਆ ਵੀ ਚਲੋ ਬ੍ਰਾਹਮਣ ਜੀ ਵਿਵਾਹ ਸਾਡੇ ਬੰਨੋ ਪੁੱਤਰ ਦਾ ਜਾਂ ਕੁੜੀ ਦਾ ਵਿਆਹ ਬੱਚੀ ਦਾ, ਅਤੇ ਕਰੋ ਕਿਰਪਾ ਆਪ ਜੀ। ਉਹ ਕਹਿੰਦੇ ਜੀ ਅਖੇ ਇਹ ਤਾਂ ਮੰਗਲੀਕ ਹੈ, ਕਿਵੇਂ ਆਂਦੇ ਟਲੂਗਾ। ਕਹਿੰਦੇ ਵੀ 4 ਪੰਡਾਂ ਕਪਾਹ ਦੀਆਂ, ਜਦੋਂ ਬੇਦੀ ਜਿੱਥੇ ਫੇਰੇ ਹੋਣਗੇ ਨਾ ਉੱਥੇ 4 ਚਫੇਰੇ ਨੇ, ਇੱਕ ਪੰਡ ਕਪਾਹ ਦੀ ਰੱਖ ਦਿਆਂਗੇ 4 ਚਫੇਰੇ, ਅਤੇ ਫਿਰ ਇਹ ਟਲ ਜਾਵੇਗਾ ਮੰਗਲੀਕ। ਕਹਿੰਦੇ ਜੀ ਠੀਕ ਹੈ। ਉਹ ਜਦੋਂ ਬੱਚੀ ਦਾ ਵਿਆਹ ਜਿੱਦਣ ਰੱਖਿਆ, ਬਰਾਤ ਆ ਗਈ, ਅਤੇ ਹੁਣ ਹਿੰਦੂ ਧਰਮ ਅਨੁਸਾਰ ਉਹ ਬਰਾਤ ਨਾਲ ਵੀ ਬ੍ਰਾਹਮਣ ਆਉਂਦਾ। ਇੱਧਰੋਂ ਬ੍ਰਾਹਮਣ ਜਦੋਂ ਫੇਰੇ ਕਰਾਉਣ ਲੱਗਾ, ਉਹ ਜਿਹੜਾ ਮੁੰਡੇ ਵਾਲਿਆਂ ਦਾ ਬ੍ਰਾਹਮਣ ਸੀ, ਉਹਨੇ ਵੇਖਿਆ ਪੰਡਤ ਨੇ ਵੀ ਇਹ ਹੈ ਤਾਂ ਠੱਗੀ ਜਿਹੜਾ ਕਪਾਹ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਮੈਂ ਵੀ ਜਿਹੇ ਜਿਹਾ, ਅਤੇ ਉਹ ਹੁਣ ਸਿੱਧਾ ਤਾਂ ਆਖੇ ਨਾ, ਉਹਨੂੰ ਪਤਾ ਲੱਗ ਗਿਆ ਵੀ ਇਹ ਠੱਗ ਹੈ, ਵੀ ਕੁੜੀ ਵਾਲਿਆਂ ਤੋਂ ਕਪਾਹ ਦੀ ਐਵੇਂ ਪੰਡਾਂ ਰਖਾਈ ਫਿਰਦਾ, ਅਤੇ ਇਹਦੇ 'ਚੋਂ ਹਿੱਸਾ ਤਾਂ ਮੇਰਾ ਵੀ ਬਣਦਾ ਫਿਰ, ਨੇ ਤਾਂ ਮੈਂ ਦੱਸਾਂ। ਉਹ ਬ੍ਰਾਹਮਣ ਨੂੰ ਕਹਿੰਦਾ ਆਪਦੀ ਭਾਸ਼ਾ 'ਚ ਕਹਿੰਦਾ ਅਸਚਰਜ ਵਿਆਹੰ ਚੌ ਤਰਫ ਕਪਾਹੰ, ਵੀ ਬ੍ਰਾਹਮਣ ਜੀ ਅਸਚਰਜ ਵਿਆਹ ਹੈ ਮੁੰਡੇ ਵਾਲਿਆਂ ਦਾ, ਬ੍ਰਾਹਮਣ ਕੁੜੀ ਵਾਲਿਆਂ ਦੇ ਬ੍ਰਾਹਮਣ ਨੂੰ ਕਹਿੰਦਾ ਅਸਚਰਜ ਵਿਆਹੰ ਚੌ ਤਰਫ ਕਪਾਹੰ, ਵੀ ਅਸਚਰਜ ਵਿਆਹ ਵੇਖਿਆ ਮੈਂ ਜ਼ਿੰਦਗੀ 'ਚ ਵੀ 4 ਚਫੇਰੇ ਹੀ ਕਪਾਹ ਰੱਖੀ ਹੋਈ ਹੈ। ਉਹ ਕੁੜੀ ਵਾਲਿਆਂ ਦਾ ਬ੍ਰਾਹਮਣ ਜਿਹੜਾ ਕਹਿੰਦਾ ਚੁੱਪ ਗੁੜਪੰ ਮੁਗਦੰ ਲੁੱਟੰ ਅਰਧੋ ਅਰਧ ਸੁਆਹ, ਕਹਿੰਦਾ ਚੁੱਪ ਕਰ, ਮੂਰਖਾਂ ਨੂੰ ਲੁੱਟ ਲੈਣ ਦੇ, ਅਰਧੋ ਅਰਧ ਸੁਆਹੰ, ਅੱਧੋ ਅੱਧੀ ਕਰ ਲਾਂਗੇ ਆਪਾਂ, 2 ਤੂੰ ਲੈ ਜਾਈਂ। ਉਹ ਵਿਆਹ ਹੋ ਗਿਆ। ਜਦੋਂ ਫੇਰੇ ਹੋਣ ਤੋਂ ਬਾਅਦ ਉਹ ਮੁੰਡੇ ਵਾਲਿਆਂ ਦਾ ਬ੍ਰਾਹਮਣ ਜਿਹੜਾ ਸੀ ਉਹ ਆਇਆ, ਕਹਿੰਦਾ ਲਓ ਜੀ ਮੇਰਾ ਹਿੱਸਾ ਦਿਓ। ਕਹਿੰਦਾ ਮੈਂ ਤੈਨੂੰ ਆਖਿਆ ਤਾਂ ਸੀ, ਤੂੰ ਆਖਿਆ ਵੀ ਅਸਚਰਜ ਵਿਆਹੰ ਚੌ ਤਰਫ ਕਪਾਹੰ, ਅਤੇ ਮੈਂ ਜਵਾਬ ਦਿੱਤਾ ਸੀ ਕਿ ਚੁੱਪ ਗੁੜਪੰ ਮੁਗਦੰ ਲੁੱਟੰ ਅਰਧੋ ਅਰਧ ਸੁਆਹੰ, ਜਿਹੜੀ ਸੁਆਹ ਬਚੂ ਬੇਦੀ ਦੀ ਉਹ ਅਰਧੋ ਅਰਧ, ਵੀ ਸੁਆਹ ਦੀ ਕਰ ਲਾਂਗੇ ਅਰਧੋ ਅਰਧ ਸੁਆਹੰ।
ਤੋ ਇਸ ਤਰ੍ਹਾਂ ਸਾਧ ਸੰਗਤ ਜੀ ਆਪਣੀ ਧੀ ਦਾ ਵਿਆਹ ਕੀਤਾ। ਤੋ ਜਿਹੜੇ ਕੋਈ ਆ ਬਣਾਏ ਹੋਏ ਆ ਬੜੇ ਤਰ੍ਹਾਂ ਦੇ, ਕੋਈ ਆ ਸ਼ਰਾਧ ਵਗੈਰਾ ਦੂਜੇ ਤੀਜੇ, ਇਹ ਹੁਣ ਰੋਜ਼ਗਾਰ ਦਾ ਸਾਧਨ ਸੀ। ਚਲੋ ਚੰਗੀ ਮਾਇਆ ਮਿਲ ਜਾਂਦੀ ਸੀਗੀ। ਉਸ ਤਰ੍ਹਾਂ ਹੀ ਹੁਣ ਜਿਵੇਂ ਬ੍ਰਾਹਮਣ ਕਰਦੇ ਸੀ, ਸਾਡੇ ਗ੍ਰੰਥੀ ਵੀ ਕਰੀ ਜਾਂਦੇ ਵਿਚਾਰੇ। ਕਿਉਂ ਤਾਂ ਇਹਨਾਂ ਨੂੰ ਕੋਈ ਦਿੰਦਾ ਨਹੀਂ, ਕੁਛ ਔਖਾ ਲੱਗਦਾ ਤੇ ਐਂ ਦੇ ਦਿੰਦੇ ਆ, ਨਾਲੇ ਵਧੀਆ ਠੀਕ ਰਹਿੰਦੇ ਆ। ਤੋ ਇਸ ਤਰ੍ਹਾਂ ਗਰੀਬ ਨਵਾਜ ਮਹਾਰਾਜ ਜੀ ਨੇ ਫਿਰ ਉਹ ਸਿੱਧ ਕਰ ਦਿੱਤਾ ਗੁਰਬਾਣੀ ਦੁਆਰਾ ਕਿ ਜਿਹੜਾ ਵੀ ਭਾਈ ਸਾਹ ਹੈ, ਕੋਈ ਸਾਹਾ ਗਣੈ ਨਾ ਕਰੇ ਵਿਚਾਰ, ਸਾਹਿਓ ਏਕ ਓੰਕਾਰ। ਉਹ ਦਿਨ ਸਾਧ ਸੰਗਤ ਜੀ ਚੰਗਾ ਹੈ ਜਿਸ ਦਿਨ ਵਿੱਚ ਨਾਮ ਜਪਿਆ ਜਾਵੇ, ਪਰਮੇਸ਼ਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਜਾਣ। ਜੇ ਆਪਾਂ ਦਰਸ਼ਨ ਨਹੀਂ ਕਰਦੇ ਮਹਾਰਾਜ ਦੇ, ਅੰਮ੍ਰਿਤ ਵੇਲੇ ਉੱਠ ਕੇ ਮੁੱਖੋਂ ਨਾਮ ਨਹੀਂ ਜਪਣਾ, ਘਰ ਵਿੱਚ ਕੋਈ ਬਾਣੀ ਨਹੀਂ ਪੜ੍ਹਨ ਵਾਲਾ, ਫਿਰ ਤਾਂ ਸਾਧ ਸੰਗਤ ਜੀ ਫਿੱਟ ਭਲੇਰੀ ਰੁੱਤ, ਉਹ ਚੰਗੀ ਰੁੱਤ ਵੀ ਮਾੜੀ ਹੈ, ਚੰਗਾ ਦਿਨ ਵੀ ਮਾੜਾ ਹੈ। ਜਿਵੇਂ ਬੁੱਧਵਾਰ ਨੂੰ ਕੋਈ ਚੰਗਾ ਗਿਣਦੇ ਆ, ਉਹ ਫਿਰ ਬੁੱਧ ਵੀ ਮਾੜਾ ਹੈ ਜੇ ਨਾਮ ਨਹੀਂ ਜਪਣਾ ਤਾਂ। ਅਤੇ ਜੇ ਨਾਮ ਜਪ ਦਿਓ ਤਾਂ ਫਿਰ ਸਾਧ ਸੰਗਤ ਜੀ ਵੀਰ ਮੰਗਲਵਾਰ ਵੀ ਇਹ ਵੀ ਚੰਗੇ ਆ। ਵੀ ਵਾਰ ਤਾਂ ਸਾਡੇ ਦਿਨ ਗਿਣਨ ਵਾਸਤੇ ਬਣਾਏ ਹੋਏ ਆ। ਤੋ ਪਰਮੇਸ਼ਰ ਜਿਹੜਾ ਹੈ ਉਹਦੇ ਵਾਸਤੇ ਕੋਈ ਵਾਰ ਨਹੀਂ ਬਣਾਇਆ। ਉਹ ਤਾਂ ਬਸ ਦਿਨ ਚੜ੍ਹਦਾ ਹੈ, ਦਿਨ ਛੁਪਦਾ ਹੈ, ਦਿਨ ਚੜ੍ਹਦਾ ਹੈ, ਦਿਨ ਛੁਪਦਾ, ਬਸ ਨਿਰੰਤਰ ਇੱਕ ਰਸ ਸੂਰਜ ਆਪਦਾ ਕਿਰਿਆ ਕਰੀ ਜਾਂਦਾ, ਦਿਨ ਰਾਤ ਹੋਈ ਜਾਂਦਾ, ਧਰਤੀ ਘੁੰਮੀ ਜਾਂਦੀ ਹੈ, ਚੰਦ ਸੂਰਜ ਇਸ ਤਰ੍ਹਾਂ ਪਰਮੇਸ਼ਰ ਦੇ ਬਣਾਏ ਹੋਏ ਹੈ ਸਾਡੀ ਸੇਵਾ ਵਾਸਤੇ, ਪ੍ਰਿਥਵੀ ਚਲਾਉਣ ਵਾਸਤੇ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਨਾਰਾਇਣ ਦਾਸ ਨੂੰ ਆਗਿਆ ਦਿੱਤੀ, ਠੀਕ ਹੈ ਭਾਈ 2 ਮਹੀਨੇ ਦਾ ਸਮਾਂ ਤੂੰ ਆਪਣੀ ਤਿਲ ਫੁੱਲ ਤਿਆਰਾ ਕਰ ਲੈ ਸੰਗਤ ਦੀ ਸੇਵਾ ਵਾਸਤੇ। ਭਾਈ ਨਾਰਾਇਣ ਦਾਸ ਜੀ ਆਪਣੇ ਪਿੰਡ ਡੱਲੇ ਪਹੁੰਚ ਗਏ ਹਨ। ਬਿਰਤਾਤ ਕੁਟੁੰਬੈ ਸੰਗ ਕਹਿਓ, ਤੇ ਆਪਦੀ ਪਤਨੀ ਨੂੰ ਸਾਰਾ ਹਾਲ ਸੁਣਾ ਦਿੱਤਾ ਵੀ ਮੈਂ ਆਪਣੀ ਪੁੱਤਰੀ ਦਮੋਦਰੀ ਦਾ ਰਿਸ਼ਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਰ ਆਇਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਆਗਿਆ ਅਨੁਸਾਰ ਮਾਘ ਮਹੀਨੇ ਸੁਦੀ ਪੱਖ ਦੀ 10ਵੀਂ ਦਾ ਹੁਣ ਵਿਆਹ ਵੀ ਬੰਨ੍ਹ ਦਿੱਤਾ ਹੈ। ਸੁਣ ਕੈ ਸਭ ਨੇ ਮਨ ਮੋਦ ਲਹਿਓ, ਡੱਲੇ ਦੀ ਸਾਰੀ ਸੰਗਤ ਨੇ ਸੁਣ ਕੇ ਬੜੀ ਖੁਸ਼ੀ ਮਨਾਉਣਾ ਕੀਤੀ ਹੈ। ਨਿਜ ਭਾਗ ਵਿਸਾਲੈ ਹੈ ਧਨ ਲਖੈ, ਜਾਣਿਆ ਵੀ ਸਾਡੇ ਤਾਂ ਵੱਡੇ ਭਾਗ ਹੋ ਗਏ ਹਨ। ਘਰ ਸ਼੍ਰੀ ਗੁਰ ਆਏ ਸਰੂਪ ਵਿਖੈ, ਵੀ ਸਾਡੇ ਘਰ ਵਿੱਚ ਹਰਗੋਬਿੰਦ ਸਾਹਿਬ ਆਇਆ ਕਰਨਗੇ, ਸਾਡੇ ਰਿਸ਼ਤੇ ਬਣ ਕੇ, ਸਾਡੀ ਪੁੱਤਰੀ ਦੇ ਪਤੀ ਬਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਡੇ ਘਰ ਵਿੱਚ ਆਇਆ ਕਰਨਗੇ। ਸਭ ਸੰਗ੍ਰਹਿ ਸੌਜ ਕਰੰਤ ਪਏ, ਤੇ ਅਸੀਂ ਰਜ ਰਜ ਕੇ ਮਹਾਰਾਜ ਦੇ ਦਰਸ਼ਨ ਕਰਾਂਗੇ। ਇਹ ਖੁਸ਼ੀ ਮਨਾਉਂਦਾ ਹੋਇਆ ਸਾਰਾ ਪਰਿਵਾਰ ਮਾਤਾ ਦਮੋਦਰੀ ਜੀ ਦਾ ਤੇ ਸਾਰਾ ਪਰਿਵਾਰ ਉਹ ਜਿਹੜੀ ਕੁਝ ਸਮੱਗਰੀ ਚਾਹੀਦੀ ਵਿਆਹ ਵਾਸਤੇ ਇਕੱਠੀ ਕਰਨ ਲੱਗਿਆ ਹੈ। ਹਿਤ ਵਿਆਹ ਉਛਾਹ ਆਨੰਦ ਲਏ, ਤੇ ਬੜਾ ਉਤਸ਼ਾਹ ਜਿਹਾ ਮਨਾਉਂਦੇ ਹੋਏ ਆਨੰਦ ਲੈਂਦੇ ਹੋਏ ਇਤ ਸ਼੍ਰੀ ਗੁਰ ਸੰਗਾ ਹੈ ਸੰਗਤ ਹੈ। ਇਧਰ ਮਹਾਰਾਜ ਵੀ ਤਿਆਰੀ ਕਰ ਰਹੇ ਵਿਆਹ ਦੀ, ਕਿਉਂਕਿ 2 ਮਹੀਨੇ ਸਿਰਫ ਵਿੱਚ ਹੈ ਤੇ ਸੰਗਤ ਬਹੁਤ ਹੋ ਜਾਣੀ ਹਰਗੋਬਿੰਦ ਸਾਹਿਬ ਦੇ ਵਿਆਹ ਤੇ, ਬਹੁਤ ਭਾਰੀ ਸੰਗਤਾਂ ਹੋ ਜਾਣੀਆਂ। ਇਸ ਲਈ ਸਾਰੀ ਸੰਗਤ ਮਹਾਰਾਜ ਦੇ ਨਾਲ ਹੁਣ ਇਹ ਸਲਾਹ ਮਸ਼ਵਰਾ ਕਰਦੀ ਹੈ। ਮਿਸ਼ਟਾਨ ਮੰਗਾਏ ਉਮੰਗਤ ਹੈ, ਮਹਾਰਾਜ ਨੇ ਸੰਗਤਾਂ ਨੂੰ ਤੇ ਜਿਹੜੇ ਕੋਈ ਮਸੰਦ ਸੀ ਉਹਨਾਂ ਨੂੰ ਆਗਿਆ ਦੇ ਕੇ ਬੜੀ ਭਾਰੀ ਮਾਤਰਾ ਵਿੱਚ ਜਿਹੜਾ ਮਿੱਠਾ ਹੈ ਉਹ ਮੰਗਵਾਉਣਾ ਜਾਂ ਮਠਿਆਈ ਵਾਸਤੇ ਹਲਵਾਈ ਬਿਠਾ ਦਿੱਤੇ ਹਨ। ਪਿਤ ਥਾਨ ਥਪਿਓ ਹਰ ਮੰਦਰ ਕੋ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜਿਹੜਾ ਪਾਵਨ ਸਥਾਨ ਹੈ ਹਰਿਮੰਦਰ ਸਾਹਿਬ, ਹਿਤ ਪੂਜਨ ਕੇ ਚੱਲ ਸੁੰਦਰ ਕੋ, ਉਸ ਪਾਵਨ ਸਥਾਨ ਨੂੰ ਪੂਜਣ ਵਾਸਤੇ ਸਿੱਖ ਸੇਵਕ ਭੀਰ ਸੋ ਸਾਥ ਮਹਾ, ਬੜੀ ਸਿੱਖਾਂ ਸੇਵਕਾਂ ਦੀ ਜਿਹੜੀ ਭੀੜ ਰਹਿੰਦੀ ਹੈ ਨਾ, ਭਾਵ ਜਿਹੜੇ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੀ ਜਿੰਨੀ ਸੰਗਤ, ਪਾਤਸ਼ਾਹ ਜੀ ਉਹਨਾਂ ਨੂੰ ਆਖ ਰਹੇ ਹਨ। ਤਟ ਤੀਰਥ ਪਰ ਪਹੁੰਚ ਤਹਾਂ, ਜਿੱਥੇ ਦਰਸ਼ਨੀ ਡਿਉੜੀ ਦਾ ਪਾਵਨ ਪਵਿੱਤਰ ਸਥਾਨ ਦਰਵਾਜ਼ਾ ਹੈ, ਹਰ ਗੋਬਿੰਦ ਨਾਰ ਅਨੇਕ ਮਿਲੀ, ਵੀ ਇਥੋਂ ਤੀਕਰ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਕਹਿ ਕੇ ਤੇ ਮਠਿਆਈਆਂ ਦਾ ਪ੍ਰਬੰਧ ਹੋਣਾ ਜਿਹੜਾ ਸ਼ੁਰੂ ਹੋ ਗਿਆ। ਪਾਤਸ਼ਾਹ ਦਰਸ਼ਨ ਗੁਰੂ ਰਾਮਦਾਸ ਮਹਾਰਾਜ ਦੇ ਕਰਦੇ ਹੋਏ ਦਰਸ਼ਨ ਤੇ ਦਰਸ਼ਨੀ ਡਿਉੜੀ ਤੇ ਆਣ ਪਹੁੰਚੇ। ਇੱਧਰ ਘਰ ਦਾ ਮਾਹੌਲ ਕਿਹੋ ਜਿਹਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੜੇ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਮਿਲਦੀਆਂ ਹਨ। ਨਿਜ ਸੰਗ ਕਰੇ ਤਹਿ ਗੰਗ ਚੱਲੀ, ਤੇ ਮਾਤਾ ਗੰਗਾ ਜੀ ਆਪਦੇ ਨਾਲ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਸਥਾਨ ਹਰਿਮੰਦਰ ਸਾਹਿਬ ਵਿੱਚ ਹੁਣ ਪਰਿਵਾਰ ਅਰਦਾਸ ਕਰਾਉਣ ਚੱਲਿਆ। ਦੇਗ ਪੰਚਮ ਕੜਾ ਪ੍ਰਸ਼ਾਦੀ ਬਣਾ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸੰਗਤਾਂ ਦੇ ਸਮੇਤ ਹੈ। ਇੱਧਰੋਂ
ਉਧਰੋਂ ਧੰਨ ਮਾਤਾ ਗੰਗਾ ਜੀ ਗੁਰੂ ਕੇ ਮਹਿਲਾਂ ਵਾਲੇ ਪਾਸਿਓਂ ਤੁਰੇ। ਬੇਅੰਤ ਮਾਈਆਂ ਮਾਤਾ ਜੀ ਦੇ ਨਾਲ ਹਨ ਦਾਸੀਆਂ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਤਾ ਜੀ ਦੇ ਨਾਲ ਹੈ। ਤੇ ਤੁਰੇ ਉੱਥੋਂ ਦਰਸ਼ਨੀ ਡਿਉੜੀ ਦੇ ਪਾਸ ਇਕੱਠਾ ਹੋ ਗਿਆ ਸਾਰਾ ਪਰਿਵਾਰ। ਗੁਰ ਅਗਰ ਭਏ ਪਛਾਤ ਇਹੀ, ਅੱਗੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਾਂਦੇ ਸਿੱਖਾਂ ਨਾਲ, ਮਗਰ ਧੰਨ ਮਾਤਾ ਗੰਗਾ ਜੀ ਨਾਲ ਹਨ। ਗੁਰ ਨਾਨਕ ਨਾਮ ਉਚਾਰਤ ਇਹ ਹੀ, ਸਾਰੀਆਂ ਸੰਗਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਉਚਾਰਦੀਆਂ ਜਾਂਦੀਆਂ ਨੇ। ਦਰਬਾਰ ਕੇ ਦਵਾਰ ਨਮੋ ਕਰ ਕੈ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਤੇ ਨਮਸਕਾਰ ਕੀਤੀ। ਪਰ ਦਛਣ ਦੀਨ ਸਭੀ ਫਿਰ ਫਿਰ ਕੈ, ਸਾਰੀ ਸੰਗਤ ਨੇ ਹਰਿਮੰਦਰ ਸਾਹਿਬ ਦੀ ਪ੍ਰਦਖਣਾ ਕੀਤੀ, ਪਰਿਕਰਮਾ ਕੀਤੀ ਹੈ। ਸਭ ਹੋਏ ਖਰੇ ਅਰਦਾਸ ਕਰੀ, ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਕਰਕੇ ਤੇ ਸਾਰੀ ਸੰਗਤ ਨੇ ਤੇ ਮਹਾਰਾਜ ਦੇ ਪਰਿਵਾਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਗੇ ਅਰਦਾਸ ਕੀਤੀ ਹੈ। ਬਾਰ ਫੂਲਣ ਕੀ ਬਰਖਾ ਸੋਚਰੀ, ਤੇ ਭੋਗ ਲਵਾ ਕਰਕੇ ਪੰਚਮ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਜਾਂਦੀਆਂ ਨੇ। ਤੋ ਬੜੇ ਸੁੰਦਰ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਬਾਹ ਧੂਪ ਤੁਖਾਵਤ ਦੇਵਤ ਹੈ, ਬੜੇ ਸਿੱਖ ਚੰਦਨ ਦੀ ਧੂਪ ਧਕਾਉਂਦੇ ਐ। ਮਹਾਰਾਜ ਦੇ ਪਾਵਨ ਸਰੂਪ ਉੱਪਰ ਫੁੱਲ ਸੁੱਟੇ ਜਾ ਰਹੇ ਹਨ, ਮਾਲਾ ਪਹਿਨਾਈਆਂ ਜਾ ਰਹੀਆਂ ਨੇ। ਕਰ ਜੋਰਤ ਸ੍ਰੀ ਗੁਰ ਸੇਵਤ ਹੈ, ਸਾਰੀਆਂ ਸੰਗਤਾਂ ਹੱਥ ਜੋੜ ਜੋੜ ਕੇ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹਨ। ਵਰਤਾਏ ਪ੍ਰਸਾਦ ਸਮੂਹ ਦਿਓ, ਤੇ ਸਾਰੀ ਸੰਗਤ ਨੂੰ ਪਾਤਸ਼ਾਹ ਨੇ ਪੰਚਮ ਕੜਾਹ ਪ੍ਰਸ਼ਾਦੀ ਦੇਗ ਅਰਦਾਸ ਉਪਰੰਤ ਵਰਤਾਉਣ ਵਾਸਤੇ ਸਿੱਖਾਂ ਨੂੰ ਆਗਿਆ ਦਿੱਤੀ ਵੈ। ਪੇਖ ਮੰਗਲ ਕਉ ਹਰ ਖੰਤ ਹਿਓ, ਤੇ ਮਹਾਰਾਜ ਵੀ ਸੰਗਤਾਂ ਦੀ ਖੁਸ਼ੀ ਵੇਖ ਵੇਖ ਕੇ ਆਨੰਦ ਵਿੱਚ ਹਨ। ਕਰ ਬੰਦ ਕਰੈ ਅਭੇ ਬੰਧਨ ਕੋ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤਾਂ ਹੱਥ ਜੋੜ ਜੋੜ ਕੇ ਮੱਥੇ ਟੇਕਦੀਆਂ ਨੇ। ਗੁਰ ਨਾਮ ਜਪੈ ਅਭਿਨੰਦਨ ਕੋ, ਤੇ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਅੰਗਦ ਦੇਵ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ, ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪਾਤਸ਼ਾਹ ਦਾ ਨਾਮ ਸੰਗਤਾਂ ਜਪਦੀਆਂ, ਨਮਸਕਾਰਾਂ ਕਰਦੀਆਂ। ਗਰੀਬ ਨਵਾਜ, ਆਪ ਸਾਰੇ ਸੰਸਾਰ ਦੁਖੀਆਂ ਨੂੰ ਆਨੰਦ ਬਖਸ਼ਣ ਵਾਲੇ ਹੋ। ਏਮ ਗੰਗ ਲੀਏ ਨਿਜ ਨੰਦਨ ਕੋ, ਇਧਰ ਧੰਨ ਮਾਤਾ ਗੰਗਾ ਜੀ ਆਪਣੇ ਸਾਹਿਬਜ਼ਾਦੇ ਨੂੰ ਨਾਲ ਲੈ ਕਰਕੇ ਚੁਕ ਬੰਦਤ ਹੈ ਜਗ ਬੰਧਨ ਕੋ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ। ਪੁਨ ਆਏ ਨਿਕੇਤ ਆਨੰਦ ਭਰੀ, ਫਿਰ ਸਾਧ ਸੰਗਤ ਜੀ ਮਾਤਾ ਗੰਗਾ ਜੀ ਆਨੰਦ ਦੇ ਭਰੇ ਹੋਏ ਆਪਣੇ ਘਰ ਨੂੰ ਗੁਰੂ ਕੇ ਮਹਿਲ ਮੁੜ ਆਏ ਹਨ। ਕੁਲ ਰੀਤ ਹੁਤੀ ਸਭ ਹੀ ਸੋ ਕਰੀ, ਤੇ ਜਿਹੜੀ ਕੋਈ ਕੁਲ ਦੀ ਰੀਤ ਸੀਗੀ, ਜਿਵੇਂ ਅਰਦਾਸੇ ਬੇਨਤੀ ਕਰਨੇ, ਮਹਾਰਾਜ ਦੀ ਚਲਾਈ ਮਰਿਆਦਾ ਮਾਤਾ ਗੰਗਾ ਜੀਆਂ ਸਾਰੀ ਨਿਭਾਉਣਾ ਕੀਤੀ ਹੈ। ਮਿਸ਼ਟਾਨ ਦਿਓ ਸਭ ਕੇ ਘਰ ਮੈਂ, ਤੇ ਮਾਤਾ ਗੰਗਾ ਜੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ਗਨ ਪਏ ਦੀ ਭਾਜੀ ਜਿਹੜੀ ਹੁੰਦੀ ਹੈ ਤੋ ਮਿੱਠਾ, ਉਹ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਕੱਲੇ ਕੱਲੇ ਘਰ ਵਿੱਚ ਭੇਜਿਆ ਹੈ। ਰਹਿ ਊਚ ਜੋ ਨੀਚ ਗੁਰੂਪੁਰ ਮੈਂ, ਤੋ ਮਾਤਾ ਗੰਗਾ ਦੀਆਂ ਜਿਹੜੀ ਭਾਜੀ ਵਾ, ਮਿੱਠਾ ਮਠਿਆਈ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ਗਨ ਦੀ, ਉਹ ਕੱਲੇ ਕੱਲੇ ਘਰ ਕਹਿ ਦਿੱਤਾ ਸਿੱਖਾਂ ਨੂੰ ਜਾਂ ਵੰਡਣ ਵਾਲਿਆਂ ਨੂੰ ਵੀ ਚਾਹੇ ਕੋਈ ਛੋਟਾ ਚਾਹੇ ਵੱਡਾ, ਅੰਮ੍ਰਿਤਸਰ ਸਾਹਿਬ ਦੇ ਨਗਰ ਦੇ ਇੱਕ ਪਾਸਿਓਂ ਲੱਗ ਜਾਓ ਤੇ ਸਾਰੇ ਨਗਰ ਨੂੰ ਜਿਹੜੀ ਮਠਿਆਈ ਪਹੁੰਚਣੀ ਚਾਹੀਦੀ ਹੈ। ਸਾਰੇ ਅੰਮ੍ਰਿਤਸਰ ਸ਼ਹਿਰ ਵਿੱਚ ਮਠਿਆਈ ਵੰਡੀ ਹੈ। ਏਮ ਮੰਗਲ ਆਓ ਕੋਲ ਰੀਤ ਜੀਤੀ, ਤੋ ਇਸ ਤਰ੍ਹਾਂ ਜਿੰਨੇ ਖੁਸ਼ੀਆਂ ਮੰਗਲਾਚਾਰ ਤੇ ਕੁਲ ਦੀ ਰੀਤ ਮਰਿਆਦਾ ਹੈ। ਹਰ ਖਾਏ ਕਰੀ ਤਬ ਗੰਗ ਤਿਤੀ, ਧੰਨ ਮਾਤਾ ਗੰਗਾ ਦੀਆਂ ਸਾਰੀ ਖੁਸ਼ੀ ਨਾਲ ਕੀਤੀ ਹੈ ਮਰਿਆਦਾ। ਤੋ ਸਾਰੇ ਅੰਮ੍ਰਿਤਸਰ ਸਾਹਿਬ ਨੂੰ ਸਾਧ ਸੰਗਤ ਦੀ ਮਿੱਠਾ ਭਾਜੀ ਵੰਡੀ ਗਈ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ਗਨ ਲੱਗਣ ਤੇ। ਜਸ ਫੈਲਤ ਪਾਤੇ ਸਦੇਸ਼ ਮਹਾ, ਤੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਮਹਾਰਾਜ ਦੇ ਘਰ ਦਾ ਜਸ ਫੈਲ ਰਿਹਾ ਹੈ। ਧਨ ਲਿਓ ਚਰੰਤ ਜਹਾਂ ਸੋ ਕਹਾ, ਜਿਹੜੇ ਧਨ ਲੈ ਲੈ ਜਾਂਦੇ ਆ, ਕੋਈ ਵਧਾਈਆਂ ਲੈ ਲੈ ਜਾਂਦੇ, ਜਿੱਥੇ ਕਿੱਥੇ ਜਾਂਦੇ ਆ, ਸਭ ਪਾਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਦੀ ਸੋਭਾ ਹੁੰਦੀ। ਪੁਨ ਸ਼੍ਰੀ ਗੁਰ ਸਾਜ ਮੰਗਾਵਤ ਹੈ, ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਿਆਹ ਵਾਸਤੇ ਹੁਣ ਸਮੱਗਰੀ ਇਕੱਠੀ ਕਰਨ ਦਾ ਸੋਚਦੇ ਆ। ਹਿਤ ਵਿਆਹ ਆਵਾਸ ਰਖਾਵਤ ਹੈ, ਕਿਉਂਕਿ ਕੇਵਲ 2 ਮਹੀਨੇ ਬਾਕੀ ਹੈ, ਸੰਗਤ ਦਾ ਇਕੱਠ ਬਹੁਤ ਹੋ ਜਾਣਾ।
ਹੁਣੇ ਹੀ ਮਠਿਆਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣ ਘਰਾਂ ਵਿੱਚ ਰੱਖਣ ਵਾਸਤੇ। ਬਾਹ ਗ੍ਰਾਮਨ ਤੇ ਕ੍ਰਿਤ ਲੇਤ ਪਏ। ਤੋ ਪਾਤਸ਼ਾਹ ਨੇ ਮਸੰਦਾਂ ਨੂੰ ਮਾਇਆ ਦਿੱਤੀ ਵੀ ਲਾਗੇ ਲਾਗੇ ਪਿੰਡਾਂ ਚੋਂ ਬਹੁਤ ਭਾਰੀ ਮਾਤਰਾ ਵਿੱਚ ਕੁਆਂਟਲਾਂ ਦੇ ਕੁਆਂਟਲ ਜਿਹੜਾ ਹੈ ਦੇਸੀ ਘਿਓ ਖਰੀਦ ਕੇ ਲਿਆਂਦਾ ਜਾਵੇ। ਮਸੰਦਾਂ ਨੇ ਲਾਗੇ ਲਾਗੇ ਸਾਰੇ ਪਿੰਡਾਂ ਚੋਂ ਸਾਧ ਸੰਗਤ ਜਿੰਨਾ ਕਿਤੋਂ ਘਿਓ ਮਿਲਿਆ ਦੇਸੀ ਘਿਓ ਇਕੱਠਾ ਕਰਨਾ ਆਰੰਭ ਕਰ ਦਿੱਤਾ ਹੈ। ਧਨ ਪਾਸ ਮਸੰਦਨ ਕੇ ਸੁਦਏ। ਜਿਹੜਾ ਮਸੰਦਾਂ ਦੇ ਕੋਲ ਧਨ ਸੀ ਉਹ ਦੇਈ ਜਾਂਦੇ ਐ ਤੇ ਸਿੱਖਾਂ ਦੇ ਘਰਾਂ ਚੋਂ ਘਿਓ ਲਈ ਜਾਂਦੇ, ਕਿਉਂਕਿ ਪਰਮੇਸ਼ਰ ਦਾ ਖਾਲਸਾ ਜੀ ਆਨੰਦ ਕਾਰਜ ਹੋਣਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਸੰਗਤ ਦਾ ਇਕੱਠ ਬਹੁਤ ਹੈ ਤੇ 2 ਮਹੀਨੇ ਪਹਿਲਾਂ ਖਾਲਸਾ ਜੀ ਇਤਿਹਾਸ ਨਿਰਣਾ ਕਰਦਾ ਹੈ। ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਵਾਹ ਵਾਸਤੇ ਤਿਆਰੇ ਹੋਣ ਲੱਗ ਪਏ ਸਨ। ਮਿਠਾਈਆਂ ਇਹ 2 ਮਹੀਨੇ ਪਹਿਲਾਂ ਆਰੰਭ ਕਰ ਦਿੱਤੀਆਂ ਸੀ ਬਣਾਉਣ ਵਾਸਤੇ। ਜਿਹੜਾ ਕੋਈ ਮਿੱਠਾ ਜਾਂ ਜਿਹੜੀਆਂ ਵਸਤੂਆਂ ਰਹਿ ਲੈਂਦੀਆਂ 2-2 ਮਹੀਨੇ 3-3 ਮਹੀਨੇ ਤੋ ਇਸ ਤਰ੍ਹਾਂ ਆਰੰਭਤਾ ਹੋ ਗਈ ਵਿਆਹ ਦੀ। ਇਸ ਤਰ੍ਹਾਂ ਤਿਆਰੇ ਹੋ ਰਹੇ ਹਨ। ਪੁਰ ਪੂਰਨ ਮੈਂ ਧਨ ਭੇਜ ਦਿਓ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਖੁੱਲੀ ਮਾਤਰਾ ਵਿੱਚ ਪਿੰਡਾਂ ਵਿੱਚ ਧਨ ਭੇਜਦੇ ਹੈ ਤੇ ਦੇਸੀ ਘਿਓ ਇਕੱਠਾ ਕੀਤਾ ਜਾ ਰਿਹਾ ਹੈ। ਮਿਸ਼ਟਾਨ ਮਹਾਨ ਮੰਗਾਏ ਲਿਓ। ਤੇ ਮਿੱਠਾ ਗੁੜ ਆਦਿਕ ਹੋਰ ਜਿਹੜਾ ਸ਼ੱਕਰ ਹੈ ਉਹ ਵੀ ਇਕੱਠਾ ਕਰ ਲਿਆ ਹੈ। ਵੱਡ ਬਾਸਨ ਲੈ ਕਰ ਪੂਰ ਤਰੇ। ਵੱਡੇ ਵੱਡੇ ਭਾਂਡੇ ਗੁੜ ਦੇ ਸ਼ੱਕਰ ਦੇ ਭਰੇ ਜਾ ਰਹੇ ਹਨ। ਗਨ ਮੇਵਨ ਕੀ ਸੋ ਖਰੀਦ ਕਰੇ। ਤੋ ਪਾਤਸ਼ਾਹ ਨੇ ਇਹ ਸ਼ਹਿਰ ਦੇ ਬਾਣੀਆਂ ਨੂੰ ਕਹਿ ਕੇ ਤੇ ਜਿਹੜੇ ਕੋਈ ਅਰਬ ਦੇਸ਼ਾਂ ਚੋਂ ਮੇਵੇ ਮੰਗਾ ਲਏ ਹਨ, ਜਿਵੇਂ ਆ ਕਾਜੂ ਬਦਾਮ ਗਿਰੀਆਂ ਆਦਿਕ ਬੜੀ ਭਾਰੀ ਮਾਤਰਾ ਵਿੱਚ ਮੰਗਵਾ ਲਏ, ਖਰੀਦ ਲਏ ਹਨ। ਪਸ਼ਮੰਬਰ ਕੇਤਕ ਮੁੱਲ ਲਿਏ। ਤੇ ਜਿਹੜੇ ਪਸ਼ਮੀਨੇ ਦੇ ਕੱਪੜੇ ਹੁੰਦੇ ਬੜੇ ਬੇਸ਼ਕੀਮਤੀ ਮਹਿੰਗੇ ਮੁੱਲ ਵਾਲੇ। ਬਹੁ ਸੂਖਮ ਅੰਬਰ ਬ੍ਰਿੰਦ ਕੀਏ। ਤੇ ਬਰੀਕ ਜ਼ਰੀਦਾਰ ਬਣੇ ਹੋਏ ਕੱਪੜੇ ਵੀ ਮਹਾਰਾਜ ਨੇ ਮੁੱਲ ਲੈ ਲਏ, ਜਿਨ੍ਹਾਂ ਦੀ ਬੇਸ਼ਕੀਮਤ ਹੈ, ਬਹੁਤ ਮਹਿੰਗੇ ਹਨ। ਗਨ ਜਾਤ ਪਟੰਬਰ ਲੀਨ ਪਲੇ। ਤੋ ਸਾਧ ਸੰਗਤ ਜੀ ਪਸ਼ਮੀਨੇ ਦੇ ਕੱਪੜੇ ਦੀਆਂ ਜਿੰਨੀਆਂ ਵੀ ਜਾਤਾਂ ਹੁੰਦੀਆਂ ਪਾਤਸ਼ਾਹ ਨੇ ਸਾਰੀਆਂ ਮੰਗਵਾ ਲਈਆਂ ਹਨ। ਜਿਨ ਲਾਗ ਜਰੀ ਬਾਹ ਭਾਵ ਮਿਲੇ। ਜੜੀਆਂ ਲੱਗ ਲੱਗ ਕੇ ਜਿਨ੍ਹਾਂ ਦਾ ਭਾਵ ਬਹੁਤ ਹੁੰਦਾ, ਬੇਸ਼ਕੀਮਤੀ ਮਹਿੰਗੇ ਬਸਤਰ ਪਾਤਸ਼ਾਹ ਮਹਾਰਾਜ ਨੇ ਲੈ ਲਏ ਹਨ, ਮੰਗਵਾ ਲਏ ਹਨ। ਸਿੱਖ ਸੰਗਤ ਔਰ ਮਸੰਦਨ ਕੋ। ਤੇ ਜਿੰਨੀ ਸੰਗਤ ਹੈ ਆਉਣੀ ਨਗਰਾਂ ਵਿੱਚੋਂ ਉਹਨਾਂ ਵਾਸਤੇ, ਤੇ ਜਿੰਨੇ ਗੁਰੂ ਘਰ ਦੇ ਮਸੰਦ ਆਉਣੇ ਆ ਸੇਵਾ ਕਰਨ ਵਾਲੇ ਸੇਵਾਦਾਰ ਉਹਨਾਂ ਦੇ ਵਾਸਤੇ। ਪੁਰ ਪੈਂਚ ਅਨੇਕ ਬਿਲੰਦਨ ਕੋ। ਤੇ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਆਉਣੀਆਂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਵਾਹ ਤੇ ਉਹਨਾਂ ਦੇ ਵਾਸਤੇ ਖਰੀਦ ਲਏ ਵੀ ਸਾਰਿਆਂ ਨੂੰ ਸਿਰੋਂ ਪਾਓ ਦੇਵਾਂਗੇ। ਪਾਤਸ਼ਾਹ ਨੇ ਬਹੁਤ ਕੀਮਤੀ ਕੱਪੜਾ ਪਿੰਡਾਂ ਦੀਆਂ ਪੰਚਾਇਤਾਂ ਵਾਸਤੇ, ਸਿੱਖਾਂ ਵਾਸਤੇ, ਮਸੰਦਾਂ ਵਾਸਤੇ ਖਰੀਦ ਕੇ ਰੱਖ ਲਿਆ। ਸਾਰੇ ਘਰ ਵਿੱਚ ਵੱਡੇ ਵੱਡੇ ਥਾਨ ਲੱਗ ਗਏ ਹਨ। ਜਿਨ ਦਿਨ ਬਣਾਏ ਤਮਾਨ ਕਨੇ। ਕਿਉਂਕਿ ਜਿਨ੍ਹਾਂ ਦਾ ਮਾਣ ਸਤਿਕਾਰ ਕਰਨਾ ਬਣਦਾ ਹੈ, ਗਰੀਬ ਨਵਾਜ ਮਹਾਰਾਜ ਨੇ ਸਿਰੋਂ ਪਾਓ ਵਾਸਤੇ ਬਹੁਤ ਕੀਮਤੀ ਕੱਪੜਾ ਲੈ ਕੇ ਰੱਖ ਲਿਆ ਹੈ। ਸੋ ਖਰੀਦ ਕਰੇ ਤਿਨ ਕੌਣ ਗਿਨੇ। ਕਿੰਨਾ ਕੁ ਕੱਪੜਾ ਖਰੀਦਿਆ ਸਾਧ ਸੰਗਤ ਜੀ, ਕਹਿੰਦੇ ਕੌਣ ਗਿਣੇ ਭਾਈ, ਗਿਣ ਨਹੀਂ ਸਕਦਾ ਜਿੰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਬੰਧ ਆਰੰਭ ਕਰ ਰਹੇ ਹਨ। ਦੋਹਰਾ ਸਾਹਾ ਜਾਨ ਸਮੀਪ ਕੋ। ਤੋ ਜਦੋਂ ਇੱਧਰ ਸਾਧ ਸੰਗਤ ਜੀ ਵਿਆਹ ਦਿਨੋਂ ਦਿਨ ਜਿਵੇਂ ਜਿਵੇਂ ਦਿਨ ਲੰਘਦੇ ਜਾਂਦੇ ਹੈ ਤੇ ਵਿਆਹ ਦਾ ਜਿਹੜਾ ਦਿਨ ਬੰਨਿਆ ਮਾਘ ਦਾ ਮਹੀਨਾ ਲਾਗੇ ਆਉਂਦਾ ਹੈ। ਸਭ ਤਿਆਰੀ ਕਰ ਲੀਨ। ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਸਾਰੀ ਤਿਆਰੀ ਕਰ ਲਈ ਹੈ। ਅੰਨ ਅਧਿਕ ਸੰਚੈ ਕਰਿਓ। ਬੜਾ ਖੁੱਲੀ ਮਾਤਰਾ ਵਿੱਚ ਅੰਨ ਵੀ ਜੋੜ ਲਿਆ ਹੈ, ਸੁੱਕੀਆਂ ਰਸਤਾਂ ਜਿਹੜਾ ਦਾਲ ਖੰਡ ਆਦਿਕ ਜੋੜ ਲਈ ਹੈ। ਜਹ ਕਹਿ ਧਨ ਗਨ ਦੀਨ। ਤੇ ਪਾਤਸ਼ਾਹ ਨੇ ਪੈਸਾ ਮਾਇਆ ਦੇ ਦੇ ਕੇ ਸਾਰੇ ਨਗਰਾਂ ਪਿੰਡਾਂ ਚੋਂ ਸੁੱਕੀ ਰਸਤ ਵੀ ਮੰਗਵਾ ਲਈ ਹੈ। ਹਿਰਦੇ ਆਨੰਦ ਬਿਲੰਦ ਤੇ। ਇਹ ਹਿਰਦੇ ਵਿੱਚ ਬਹੁਤ ਭਾਰੀ ਜਿਹੜਾ ਆਨੰਦ ਸਿੱਖਾਂ ਦੇ ਵਿੱਚ ਹੋ ਰਿਹਾ ਹੈ। ਗੰਗਾ ਧਾਰ ਉਮੰਗ। ਤੇ ਧੰਨ ਮਾਤਾ ਗੰਗਾ ਜੀ ਦੇ ਹਿਰਦੇ ਵਿੱਚ ਵੀ ਬਹੁਤ ਉਤਸ਼ਾਹ ਪੈਦਾ ਹੋ ਰਿਹਾ ਹੈ। ਪ੍ਰਥਮ ਵਿਆਹ ਲਖ ਚੌਂਪ ਚਿੱਤ। ਕਿਉਂਕਿ ਮਾਤਾ ਗੰਗਾ ਜੀ ਦੇ ਜਾਂ ਇਹ ਮਨ 'ਚ ਸੋਚਦੇ ਵੀ ਸਾਡੇ ਘਰ ਇੱਕੋ ਹੀ ਪੁੱਤਰ ਹੈ, ਇੱਕੋ ਇੱਕ ਸਾਹਿਬਜ਼ਾਦਾ ਹੈ ਤੇ ਇੱਕ ਹੀ ਅਸਾਂ ਨੇ ਵਿਆਹ ਕਰਨਾ ਹੈ। ਇਸ ਕਰਕੇ ਬੜੇ ਖੁਸ਼ੀ ਵਿੱਚ ਚਾਅ ਵਿੱਚ ਹਨ। ਕਰਤ ਅਧਿਕ ਗਨ ਰੰਗ। ਤੇ ਬੜੇ ਖੁਸ਼ੀਆਂ ਪ੍ਰੇਮ ਰੰਗ ਮਾਤਾ ਗੰਗਾ ਜੀ ਕਰ ਰਹੇ ਹਨ। ਜਾਏ ਨਾਰਾਇਣ ਦਾਸ ਘਰ। ਤੇ ਇਧਰ ਜਿਹੜੇ ਬਾਬਾ ਨਾਰਾਇਣ ਦਾਸ ਜੀ ਆ ਨਾ, ਇਹ ਵੀ ਫਿਰ ਗਰੀਬ ਸਿੱਖ ਹੈ
ਪਰ ਜਿਹੋ ਜਿਹਾ ਬਲ ਪੈਂਦਾ ਹੈ ਆਪਦੇ ਪਿੰਡ ਘਰ ਵਿੱਚ ਜਾ ਕਰਕੇ। ਜਥਾ ਸ਼ਕਤ ਕੋ ਧਾਰ। ਤੇ ਜਿੰਨਾ ਕੁ ਇਸ ਬਾਬਾ ਨਰੈਣ ਦਾਸ ਜੀ ਦੇ ਵਿੱਚ ਬਲ ਸੀ, ਕੋ ਜਿੰਨੀ ਕੁ ਪੂੰਜੀ ਸੀ ਇਸ ਸਿੱਖ ਦੀ, ਸਰਬ ਵਸਤੂ ਸੰਚੈ ਕਰੀ। ਬਰਾਤ ਦੀ ਸੇਵਾ ਵਾਸਤੇ ਸਿੱਖ ਨੇ ਵੀ ਆਪਦੇ ਘਰ ਵਿੱਚ ਜਿੰਨਾ ਕੁ ਬਲ ਪੈਂਦਾ ਹੈ, ਤਾਕਤ ਪੈਂਦੀ ਸੀ, ਆਪਦੇ ਘਰ ਵਿੱਚ ਵਸਤੂਆਂ ਇਕੱਠੀਆਂ ਕਰ ਲਈਆਂ ਹਨ। ਕਰੀ ਹੈ ਜੋ ਅਨੇਕ ਪ੍ਰਕਾਰ। ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਵੀ ਮੈਂ ਆਪਣੀ ਧੀ ਦੀ ਆਈ ਬਰਾਤ ਵਿੱਚ ਕੋਈ ਕਸਰ ਕਮੀ ਨਹੀਂ ਛੱਡਾਂਗਾ। ਬਾਬਾ ਨਰੈਣ ਦਾਸ ਜੀ ਵੀ ਬਹੁਤ ਖੁਸ਼ੀ ਨਾਲ ਘਰ ਵਿੱਚ ਰਸਤਾਂ ਇਕੱਠੀਆਂ ਕਰਦੇ ਹੈ। ਵਿਆਹ ਦਾ ਜਿਹੜਾ ਦਿਨ ਬੜਾ ਨੇੜੇ ਆ ਰਿਹਾ ਹੈ। ਹਿਤ ਦਾਇਜ ਕੇ ਦੇਨ ਕੋ। ਤੋ ਜਿੰਨਾ ਕੁ ਧੀ ਨੂੰ ਕੋਈ ਸਮਾਨ ਵਰਤੋਂ ਅਨੁਸਾਰ ਦੇਣ ਵਾਲਾ ਹੈ, ਉਹ ਸਾਰਾ ਦੇਣ ਵਾਸਤੇ ਵੀ ਕਰਨ ਸਮੂਹ ਆਹਾਰ। ਉਹ ਵੀ ਬਾਬਾ ਨਰੈਣ ਦਾਸ ਜੀ ਇਕੱਠਾ ਕਰਦੇ ਵੀ ਆਪਣੀ ਧੀ ਨੂੰ ਕੋਈ ਲੋੜ ਅਨੁਸਾਰ ਜਿੰਨੇ ਵਸਤਰ ਜਾਂ ਜਿੰਨਾ ਵੀ ਅੱਗੇ ਸਾਧ ਸੰਗਤ ਜੀ ਦਾਜ ਉਹਨੂੰ ਕਿਹਾ ਜਾਂਦਾ ਸੀ, ਜਿਹੜੀਆਂ ਵਸਤੂਆਂ ਸਹੁਰੇ ਘਰ ਜਾ ਕੇ ਧੀ ਦੇ ਕੰਮ ਆਉਣ, ਜਿੰਨੀਆਂ ਕੁ ਕੰਮ ਆ ਜਾਣ, ਜਿਵੇਂ ਕੋਈ ਬੱਚੀ ਵਾਸਤੇ ਕੱਪੜੇ, ਕੋਈ ਉਹਨਾਂ ਸਮਿਆਂ 'ਚ ਜਿਹੜੇ ਕੋਈ ਗਹਿਣੇ ਪਹਿਨਦੇ ਸੀ ਲੋੜ ਅਨੁਸਾਰ, ਜਿਹੜੇ ਤਿਲ ਫੁੱਲ ਸ਼ੌਂਕ ਦੇ ਗਹਿਣੇ ਵੀ ਜਿੰਨਾ ਕੁ ਹੁੰਦਾ ਸੀ ਵੀ ਧੀ ਦੇ ਕੰਮ ਆ ਜਾਵੇ। ਪਰ ਸਾਧ ਸੰਗਤ ਜੀ ਹੁਣ ਇੱਕ ਬਹੁਤ ਵੱਡਾ ਫੈਸ਼ਨ ਬਣ ਚੁੱਕਿਆ, ਜਿਹੜੀਆਂ ਕਾਰਾਂ ਗੱਡੀਆਂ ਜਿਹੜੇ ਇਹ ਦਾਜ ਦਾ ਹਿੱਸਾ ਨਹੀਂ ਸੀ। ਦਾਜ ਦਾ ਅਨਾਜ ਬਹੁਤ ਬਦਨਾਮ ਹੈ। ਹਰੇਕ ਕਹਿੰਦਾ ਜੀ ਆ ਫਲਾਣਾ ਦਾਜ ਮੰਗਦਾ। ਦਾਜ ਦਾ ਅਰਥ ਇਹ ਹੁੰਦਾ ਸੀ ਸਾਧ ਸੰਗਤ ਜੀ ਵੀ ਧੀ ਦੇ ਵਾਸਤੇ ਜਿਹੜਾ ਕੋਈ ਭਾਂਡਾ ਛੰਨਾ ਲੋੜ ਅਨੁਸਾਰ, ਵੀ ਜਿਹੜੀ ਕੱਲ੍ਹ ਨੂੰ ਉੱਥੇ ਜਾ ਕੇ ਮਥਾਜ ਨਾ ਹੋਵੇ, ਲੋੜ ਅਨੁਸਾਰ ਵੀ ਜਿੰਨਾ ਕੁ ਵਰਤ ਸਕਦੀ ਬਸ ਓਨਾ ਕੀ। ਧੀ ਦੀਆਂ ਆਪਣੀਆਂ ਚੀਜ਼ਾਂ ਸਨ ਦਾਜ, ਜਿਹਦੇ ਵਿੱਚ ਉਹਦਾ ਕੋਈ ਥੋੜ੍ਹਾ ਬਹੁਤਾ ਗਹਿਣਾ ਤੇ ਲੀੜੇ ਵਸਤਰ ਹੁੰਦੇ ਸੀ, ਇਹ ਹੁੰਦਾ ਸੀ ਦਾਜ। ਪਰ ਇਹ ਦਾਜ ਨੂੰ ਹੌਲੀ ਹੌਲੀ ਡਿਮਾਂਡ ਬਣਾਇਆ ਗਿਆ ਤੇ ਫਿਰ ਲੜਕੇ ਵਾਲਿਆਂ ਵੱਲੋਂ ਸਾਧ ਸੰਗਤ ਲਿਸਟਾਂ ਲਿਖ ਲਿਖ ਕੇ ਭੇਜੀਆਂ ਜਾਣ ਲੱਗੀਆਂ, ਸਾਨੂੰ ਆਹ ਚਾਹੀਦਾ। ਪਰ ਦਾਜ ਧੀ ਨੂੰ ਹੁੰਦਾ, ਮੁੰਡੇ ਨੂੰ ਦਾਜ ਥੋੜ੍ਹਾ ਕੋਈ ਹੁੰਦਾ, ਜਵਾਈ ਨੂੰ ਦਾਜ ਧੀ ਨੂੰ ਹੁੰਦਾ। ਤੇ ਧੀ ਨੂੰ ਉਹ ਮਾਂ ਬਾਪ ਦਾਜ ਦਿੰਦਾ ਹੁੰਦਾ ਸੀ ਵੀ ਜਿੰਨਾ ਉਹਦੇ ਕੰਮ ਆ ਜਾਵੇ ਰੋਜ਼ਾ ਜ਼ਿੰਦਗੀ ਦੇ ਵਿੱਚ, ਕੋਈ ਲੀੜਾ ਵਸਤਰ ਜਿੰਨਾ ਕੁ ਹੈ। ਤੋ ਉਹ ਦਾਜ ਜਿਹੜਾ ਫਿਰ ਸਾਧ ਸੰਗਤ ਜੀ ਡਿਮਾਂਡ ਬਣ ਕੇ ਮੁੰਡੇ ਵਾਲਿਆਂ ਦੇ ਹੱਥ ਆਇਆ। ਫਿਰ ਜ਼ਮੀਨਾਂ ਦੇ ਹਿਸਾਬ ਨਾਲ ਲਿਸਟਾਂ ਜਾਣ ਲੱਗੀਆਂ, ਉਹ ਲਿਸਟਾਂ ਦੇ ਹਿਸਾਬ ਨਾਲ ਫਿਰ ਮੰਗ ਕੇ ਦਾਜ ਲਿਆ ਜਾਣ ਲੱਗਿਆ। ਅੱਜ ਦਾਜ ਦਾ ਨਾਮ ਲੈ ਕੇ ਸਾਧ ਸੰਗਤ ਜੀ ਤੇ ਆਪਦੇ ਆਪ ਨੂੰ ਘਿਰਣਾ ਆਉਂਦੀ ਹੈ ਵੀ ਦਾਜ ਇੱਕ ਬਹੁਤ ਵੱਡਾ ਸਾਧ ਸੰਗਤ ਜੀ ਕ੍ਰਹਿਤ ਬਣ ਚੁੱਕੀ ਫਿਰ। ਪਰ ਹੈ ਦਾਜ ਇੱਕ ਮਾੜਾ ਸ਼ਬਦ ਨਹੀਂ ਸੀ ਦਾਜ। ਤੋ ਇੱਥੇ ਹੁਣ ਬਾਬਾ ਨਰੈਣ ਦਾਸ ਜੀ ਵੀ ਆਪਣੀ ਧੀ ਨੂੰ ਦਾਜ ਦੇ ਰਹੇ ਹੈ। ਜਿੰਨਾ ਕੁ ਵੀ ਉਹਦੇ ਕੱਪੜਾ ਲੀੜਾ ਸੰਦੂਕ ਕੋਈ ਐਸਾ ਜਿਹਦੇ ਵਿੱਚ ਬੱਚੀਆਂ ਦੇ ਸਮਾਨ ਸਾਂਭੇ ਜਾ ਸਕਣ, ਇੰਨਾ ਕੁ ਦਾਜ ਵਾਸਤੇ ਪ੍ਰਬੰਧ ਕਰ ਰਹੇ ਹੈ। ਨਾਲ ਹੀ ਬਰਾਤ ਦੀ ਸੇਵਾ ਵਾਸਤੇ ਕੋਈ ਸੁੱਕੀ ਰਸਤ ਇਕੱਠੀ ਕੀਤੀ ਹੈ। ਅੰਨ ਬਸਣ ਭੂਖਣ ਭਲੇ। ਕੋਈ ਅੰਨ ਹੈ, ਕੋਈ ਵਸਤਰ ਜਿਹੜੇ ਵੈ, ਕੋਈ ਗਹਿਣੇ ਆਦਿਕ ਜਿਹੜੇ ਸੁੰਦਰ ਬਣਵਾਏ ਹਨ। ਕੀਨਸ ਸਗਰੇ ਤਿਆਰ। ਬਾਬਾ ਨਰੈਣ ਦਾਸ ਜੀ ਤੇ ਉਹਨਾਂ ਦੀ ਪਤਨੀ ਨੇ ਸਾਰੇ ਤਿਆਰ ਕਰਵਾਏ ਹੈ ਵੀ ਜਿਹਦੇ ਨਾਲ ਸਾਡਾ ਜਿਹੜਾ ਵੈ ਸਾਡੀ ਧੀ ਦਾ ਸੁੰਦਰ ਗੁਜ਼ਾਰਾ ਹੋਵੇ। ਅਸੀਂ ਵੀ ਆਪਣੀ ਧੀ ਨੂੰ ਕੁਝ ਥੋੜ੍ਹਾ ਬਹੁਤਾ ਤਿਲ ਫੁੱਲ ਦੇ ਕਰਕੇ ਤੋਰੀਏ ਮਾਂ ਬਾਪ ਦੇ ਚਾਅ ਤੋਂ। ਫਿਰ ਸਾਧ ਸੰਗਤ ਜੀ ਅੱਗੇ ਜਿਵੇਂ ਪ੍ਰਸੰਗ ਆਰੰਭ ਹੋਣਾ, ਇਹਨਾਂ ਜਾ ਕਰਕੇ ਦੱਸ ਦਿੱਤਾ ਸੀ ਚੰਦੂ ਨੂੰ ਵੀ ਉਧਰ ਤਾਂ 2 ਰਿਸ਼ਤੇ ਹੋ ਗਏ ਚੰਦੂ, ਤੇ ਤੇਰੀ ਧੀ ਦਾ ਰਿਸ਼ਤਾ ਮੋੜ ਦਿੱਤਾ ਹੈ। ਜਿਵੇਂ ਫਿਰ ਸਾਧ ਸੰਗਤ ਜੀ ਚੰਦੂ ਗੁਰੂ ਘਰ ਦਾ ਵੈਰੀ ਬਣਦਾ, ਇਹ ਵੈਰ ਕਰਨਾ ਆਰੰਭ ਕਰਦਾ ਹੈ। ਮਹਾਰਾਜ ਨੂੰ ਵਾਰ-ਵਾਰ ਚਿੱਠੀ ਲਿਖ ਕੇ ਭੇਜਦਾ ਵੀ ਮੇਰੀ ਧੀ ਦਾ ਰਿਸ਼ਤਾ ਲਿਆ ਜਾਵੇ, ਨਹੀਂ ਤਾਂ ਵੇਖ ਲੈਣਾ ਫਿਰ ਤੁਹਾਡੇ ਘਰ ਦਾ ਹਾਲ ਕੀ ਹੋਊਗਾ। ਇੱਕ ਬਾਦਸ਼ਾਹ ਦੇ ਵਜ਼ੀਰ ਦੇ ਨਾਲ ਵੈਰ ਕਰਨ ਦਾ ਨਤੀਜਾ ਕੀ ਨਿਕਲਦਾ ਤੁਹਾਨੂੰ ਮੈਂ ਜ਼ਰੂਰ ਭੁਗਤਾਵਾਂਗਾ। ਤੋ ਜਿਵੇਂ ਮਹਾਰਾਜ ਨੇ ਫਿਰ ਇਹਨੂੰ ਜਵਾਬ ਦਿੱਤਾ ਲਿਖ ਕੇ, ਉਹ ਪ੍ਰਸੰਗ ਕੱਲ੍ਹ ਨੂੰ ਆਪਾਂ ਪੜ੍ਹ ਸੁਣ ਵਿਚਾਰਾਂਗੇ। ਤੇ ਇੱਥੇ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ ਆਪ ਦੇ ਦਰ ਹਾਜ਼ਰੇ ਪਾਤਸ਼ਾਹ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਿਤ ਦਾਇਜ ਕੇ ਦੇਨ ਕੋ ਕਰਨ ਸਮੂਹ ਆਹਾਰ। ਅੰਨ ਬਸਨ ਭੂਖਣ ਭਲੇ ਕੀਨਸ ਸਗਰੇ ਤਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।